एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਆਪਣੀ ਛੋਟੀ ਉਮਰੇ ਹੀ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਸਦਾ ਸੁਖਪਾਲ ਸਿੰਘ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਹਲਕਾ ਵਿਧਾਇਕ ਸ਼ੁਤਰਾਣਾ ਸਦਰ ਕੁਲਵੰਤ ਸਿੰਘ ਬਾਜੀਗਰ, ਜੰਗੀਰ ਸਿੰਘ ਵਰਤੀਆ, ਹਰਪ੍ਰੀਤ, जशनप्रीत, मेवा सिंह प्रेमी, सतपाल सिंह, दिलबाग सिंह, प्रकाश सिंह ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾ ਨੇੜੇ ਪੁਰਾਣਾ ਬੱਸ ਸਟੈਂਡ ਜ਼ਿਲ੍ਹਾ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਦਾ ਸੁਖਪਾਲ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਮਦਦ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਆਪ ਜੀ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਅਤੇ ਛੋਟਿਆਂ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸਨ। ਸਰਦਾਰ ਸੁਖਪਾਲ ਸਿੰਘ ਜੀ ਹੁਣਾਂ ਨੇ ਚਾਹੇ ਬਹੁਤ ਥੋੜੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਪਰ ਆਪਣੀਆਂ ਅਮਿੱਟ ਯਾਦਾਂ ਛੱਡੀਆਂ ਅਤੇ ਪਰਮਾਤਮਾ ਦੇ ਘਰ ਲਈ ਰੁਖਸਤ ਹੋਏ। की जय।
सतगुर कृपाणे चल, सतगुर कृपाणे चल। निज कर बसे अमृत पीवै, निज कर बसे अमृत पीवै, ता सुख लहे महल। सतगुर कृपाणे चल, सतगुर कृपाणे चल। मन मेरे सतगुर कृपाणे चल, सतगुर कृपाणे चल। गुणवंती सच पाया, तृष्णा ताज विकार। गुर शब्दी मन रंगिया, रसना प्रेम प्यार। बिन सतगुर की न पायो, कर वेखो मन विचार। मन मुख मैल ना उतरे, जिचर गुर शब्द न करे प्यार। सतगुर कृपाणे चल, सतगुर कृपाणे चल। मन मेरे सतगुर कृपाणे चल, सतगुर कृपाणे चल। औगणवंती गुण को नहीं, वैरण ना मिले अगमूर। मन मुख शब्द ना जानई, अवगण सो प्रभ दूर। जिनी सच पछाणिया, सच रते भरपूर। गुर शब्दी मन प्रीतिया, प्रभ मिलिया आप हजूर। सतगुर कृपाणे चल, सतगुर कृपाणे चल। मन मेरे सतगुर कृपाणे चल, सतगुर कृपाणे चल। आपे रंगन रंगियो, शब्दे लयो मिलाए। सच्चा रंग ना उतरे, जो सच रते लेवलाए। चारे कुंडा पावत के, मन मुख बू
ਅੰਤ ਸਮਾ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਮਨ ਮੇਰੇ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਮਿੱਤਰ ਕਣੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਇ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰ ਮੁਖ ਹੋਏ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਮਨ ਮੇਰੇ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਨਿਜ ਘਰ ਵਸੇ ਅੰਮ੍ਰਿਤ ਪੀਵੇ ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਏ ਮਹਲ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਮਨ ਮੇਰੇ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਸਤਿਗੁਰ ਕੈ ਬਾਣੇ ਚੱਲ ਵਾਹਿਗੁਰੂ ਗੁਰਮੁਖੋ ਭਾਵੇਂ ਕਹਿਣ ਨੂੰ ਸਾਡੇ ਸ਼ਬਦ ਹੋਣਗੇ ਭਾਣਾ ਸੀ ਭਾਣਾ ਜਿਹਦੇ ਤੇ ਵਾਪਰਦਾ ਨਾ ਉਹਨੂੰ ਪੁੱਛਿਓ ਭਾਣਾ ਕਹਿੰਦੇ ਕਿਸ ਨੂੰ ਦੂਜੇ ਦੀਆਂ ਅਰਥੀਆਂ ਦੇ ਅੱਗੇ ਘੁੰਗਰੂ ਬੰਨ ਕੇ ਨਾਚ ਕਰਨੇ ਔਰ ਲੋਕਾਂ ਨੂੰ ਸੁਨੇਹਾ ਦੇਣਾ ਦੁਨੀਆ ਦੇ ਲੋਕੋ ਮੌਤ ਅਟਲ ਹੈ ਸਚਾਈ ਹੈ ਲੋਕਾਂ ਦੀਆਂ ਅਰਥੀਆਂ ਦੇ ਅੱਗੇ ਪੈਰਾਂ ਦੇ ਵਿੱਚ ਘੁੰਗਰੂ ਬੰਨ ਕੇ ਗਲ 'ਚ ਢੋਲਕੀ ਪਾ ਕੇ ਨੱਚਣ ਵਾਲੇ ਛੱਜੂ ਅੱਜ ਆਪਣੇ ਨੌਜਵਾਨ ਪੁੱਤ ਦੀ ਮੌਤ ਹੋਈ ਜਦੋਂ ਨੌਜਵਾਨ ਖੁਦ ਦਾ ਪੁੱਤ ਚੜ੍ਹਾਈ ਕਰ ਗਿਆ ਹੁਣ ਸ਼ਰਮ ਮਾਰਦੀ ਹੈ ਲੋਕਾਂ ਦੀ ਤੂੰ ਲੋਕਾਂ ਦੀਆਂ ਅਰਥੀਆਂ ਤੇ ਬੜਾ ਨੱਚਿਆ ਅੱਜ ਘਰ ਚੋਂ ਉੱਠਣੀ ਹੁਣ ਚੱਲ ਉਹਨੇ ਲੋਕ ਲੱਜਾ ਨੂੰ ਮੁੱਖ ਰੱਖ ਕੇ ਪੈਰਾਂ 'ਚ ਘੁੰਗਰੂ ਬੰਨੇ ਗਲ 'ਚ ਢੋਲਕੀ ਪਾ ਕੇ ਪੁੱਤ ਦੀ ਅਰਥੀ ਦੇ ਉੱਤੇ ਨਾਚ ਸ਼ੁਰੂ ਕੀਤਾ ਜਦੋਂ ਨਾਚ ਸ਼ੁਰੂ ਕੀਤਾ ਤੇ ਪੈਰਾਂ ਨੇ ਅੱਜ ਸਾਥ ਨਹੀਂ ਦਿੱਤਾ ਕਿਸੇ ਸੱਜਣ ਨੇ ਪੁੱਛਿਆ ਛਜੂ ਲੋਕਾਂ ਦੀਆਂ ਅਰਥੀਆਂ ਅੱਗੇ ਜਦੋਂ ਤੂੰ ਨੱਚਦਾ ਸੈਂ ਪੈਰ ਬੜੇ ਜੰਮਦੇ ਸਨ ਅੱਜ ਕੀ ਗੱਲ ਪੈਰ ਧਰਤੀ ਤੇ ਸਾਥ ਕਿਉਂ ਨਹੀਂ ਦੇ ਰਹੇ ਤੇ ਛੱਜੂ ਧਾਵਾ ਮਾਰ ਕੇ ਧਰਤੀ ਤੇ ਡਿੱਗਾ ਲੇਟਿਆ ਦੁਨੀਆ ਦੇ ਲੋਕੋ ਲੋਕਾਂ ਦੀਆਂ ਅਰਥੀਆਂ ਅੱਗੇ ਹੀ ਨੱਚਣਾ ਸੌਖਾ ਹੈ ਜਦੋਂ ਆਪਣਿਆਂ ਦੀ ਨਿਕਲਦੀ ਪਤਾ ਉਦੋਂ ਲੱਗਦਾ ਹੈ ਧਾਵਾ ਨਿਕਲ ਗਿਆ ਔਖਾ ਹੋ ਗਿਆ
जवान पुत नूं तोरना। इसलिए गुरमुखो किसी भी भोग ते जाओ उन्होंने अपना दुख समझो, किसी की मौत दे जाओ उन्होंने अपना समझो। पड़ोसी के जो हुआ तू अपने पी जा। अज दूसरे की वारी है, सजना वारी तेरी भी लगी हुई, पता नहीं कदों किथे सुनिया आ जाना है। इसलिए भाणे की गल कह देनी, लिख देनी, बोल देनी जिन्नी सौखी है उन्ना मनना बहुत औखा। कह देना घाटा ने, घाट पुत्र दी, घाट भरा दी, घाट पति दी, घाट पिता दी कदे मुड़ पूरी नहीं होया करती। ये यादां ने ਜਿਹੜੀਆਂ याद बन के याद च वस जाणगियां अज तो बाद। जिन्ना चिर जिंदगी है इन्हां यादां नूं याद करन दी लोड़ नहीं पैनी। ये तां खुद याद बन के याद बन गईयां ने और नाल ही जाणगियां, तुसीं भुला नहीं सकोगे। वो यादां ने, वो घाटां ने, वो भाणा है। ते जे कह लईए समा नहीं सी ते जांदा भी वो ही है जिदा समा आउंदा, दूसरा जांदा नहीं। इसे नूं गुरु साहब जी ने आख्या, नानक दुखिया सब संसार, जो जो दिसै सो सो रोगी। इसे नूं रोग आख्या है, दुख आख्या है। महाराज जी जन्मं ता मरणं, हरखं ता सोगं, भोगं ता रोगं, दुनिया का में फानी, तहकीक दिलदानी, ये हो के रहना। इहदा हल की है? घाटा ने, यादां ने, भाणा है। फिर मनुख करे तां करे की? गुरु नानक दे घर दे विच महाराज जी ने सानू शब्द दी दात दिती। आखिया जदों दुनिया ते कुछ भी नहीं सी, शब्द सी। जिस दिन दुनिया ते कख नहीं बचना, मुड़ शब्द ही होना। मां के पेट विच पुठे लंके नूं शब्द गुरु ने रखिया है। जिदन धरती तो पंच भूतक शरीर का संस्कार होना है, नाल भी शब्द गुरु ने जाना है। इत्थे दुनियादारी परिवार किसी ने नाल नहीं जाना। सब दे सब खेड़ा छुड़ा के तुरदे बनणगे। महाराजिया ने ये दात दिती और बचन आखे, जह मात पिता सुत मीत न पाई, मन उहा नाम तेरे संग सहाई। मां दे पेट विच पुठे लंके नूं भी शब्द ने रखिया है। और जिदन पंज भूतक शरीर का संस्कार होना है, आत्मा दे नाल भी शब्द ही ने बनाए। इसलिए नानक दे घर दे विच शब्द है। 9 गुरु साहिबाना ने शब्द कमाया है। बाबा बंदा सिंह बहादुर, 12 मिसला शेरे पंजाब। अज तिकर गुरु पंथ ने शब्द ते आसरा टेक रखी। घोड़ियां दियां काठियां ते शब्द चेते रखिया और राज भाग ते बैठे तां भी शब्द गुरु नूं चेते रखिया। वो शब्द गुरु अज सिखां दी रहत मर्यादा बन गई। साडे घर दे विच बच्चा जम्मे जां धी, असी जमदे नूं गुरती शब्द दी दिंदे। साडे घर दे विच किसे दा आनंद कारज आ जाए, असी लावा शब्द गुरु नाल लैंदे। साडे घर दे विच कोई अकाल चलाना चढ़ाई कर जाए, असी कहने मैं पिछे कीर्तन करियो निर्वाण जी। सतगुरां दे बचनां दा कीर्तन करियो। इहदे नाल की हो? महाराज जी कहते साडी आत्मा नूं शांति मिलो, तुहाडी आत्मा नूं अडोलता मिलो। इसलिए शब्द गुरु की दात दिती। गुरमुखो उस शब्द गुरु के जरिए अज बेशक जिन्हां लोकां ने साडे घरां च रहत मर्यादा पहुंचाउणी सी, उन्हां लोकां ने केवल चिट्टा, नशा, शराबां, होर पता नहीं कितना कुछ घटिया किस्म का पहुंचा दिता है। पर सिख रहत मर्यादा जान नहीं दिती किते तुहाडे बच्चे रोगां तो मुक्त ना हो जाण, घाटां नूं पूरियां ना कर लैण, घटनावां तो सिख ना लैण,
ਜਾਦਾਂ ਨੂੰ ਚਿੰਤਨ ਨਾ ਬਣਾ ਲੈਣ, ਭਾਣੇ ਦੀ ਕਿਤੇ ਉਹਨਾਂ ਨੂੰ ਸੋਝੀ ਨਾ ਆ ਜਾਏ। ਇਸ ਲਈ ਤੁਹਾਡੇ ਘਰ 'ਚ ਸਿੱਖ ਰਹਿਤ ਮਰਜ਼ਾਦਾ ਜਿਹੜੀ ਸੀ ਨਹੀਂ ਜਾਣ ਦਿੱਤੀ, ਬਾਕੀ ਸਾਰਾ ਕੁਝ ਆਉਣ ਦਿੱਤਾ। ਸਿੱਖ ਰਹਿਤ ਮਰਜ਼ਾਦਾ ਅਨੁਸਾਰ ਸਾਡੇ ਘਰ ਦੇ ਵਿੱਚ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ, ਅਸੀਂ ਕਹਿੰਦੇ ਸਤਿਗੁਰਾਂ ਦਾ ਅਖੰਡ ਪਾਠ ਕਰਾਓ, ਅਰਦਾਸ ਕਰਾਓ, क्योंकि सानू हुक्म है गुरु दा, मत मैं पिछे कोई रोग सी सो मैं मूल न पाया, मैं पिछे कीर्तन करियो निर्वाण जियो। गुरमुखो सतगुरां दी बाणी दा कीर्तन, सतगुरां दी बाणी दा जप करियो, आत्मा नू शांति मिलू, मन नू अडोलता मिलू। ये दोवें चीज़ां प्रदान सतगुर दे घर चों प्राप्त होणगियां। और दुनियावी तौर ते लोकां दीयां घाटां पूरीआं नहीं हो सकदियां। इस घर दे विच पिता दी घाट नूं पूरी करन वास्ते बापू दी पग वड्डे पुत्तर नूं दित्ती जांदी, जिवें नानक दी पग बाबे लैणे नूं दित्ती गई घाट पूरी करन वास्ते, जिउंदे रहण लई। क्योंकि असीं अपने बजुर्गां दे भोगां ते भोग नहीं पाउंदे, असी भोग नहीं पैण देना अपना, जिउंदे रहना। ते जिउंदे रहण लई घाटां पूरीआं कीतीआं जांदियां ने, जिउंदे रहण लई घटनावां तो सिੱਖਿਆ ਜਾਂਦਾ है। जिउंदे रहण लई जादां नूं चिंता नहीं बनाउणा, चिखा वल नूं नहीं जाना, चिंतन बना के चानण वल नूं जाण दी गल करनी। इस लई शब्द गुरु दे आसरे ते गुरु नानक दे घर दे विच नानक दी पग बाबे लैणे नूं दे के घाट पूरी कीती जांदी है। इत्थे बापू दी पग, बाप दी पग वड्डे पुत्तर नूं दे के घाट पूरी कीती जांदी। जिथों तक यादां दा सवाल है, लोग यादां नूं चिंता बना के चिखा वल नूं जांदे ने। असीं शब्द गुरु दे आसरे चिंतन करके चानण वल नूं वधना। घटनावां दा प्रबंध किवें हो सकदा है? इसलिए साडे घर च शब्द गुरु है। जिथे भाणे की गल आ गई, मनना बहुत औखा है, उत्थे शब्द गुरु ने समझा दिता, भाई जिस ठाकुर स्यों नाही चारा, ताको कीजे सद नमस्कारा, जिथे जोर न चले खले कीचे अरदास। जिथे जोर परमेश्वर अकाल पुरख वाहिगुरु अगे नहीं, अगले आखे मैं सब तो वड्डी, मैं विच कचहरी लड़दी, इल्म आखे मैं सब तो चंगा, खबर दिया पल पल दी, हुक्म आखे मैं सब तो वड्डा, मैनू खलक सलामा कर दी, होनी आखे तिन्ने झूठे, मैं जो चाहा सो कर दी। समा मौत काल सच जानियो, इन्ने ना ते को राजा वेखना, ना भिखारी वेखना, ना ज्ञानी वेखना, ना मूर्ख वेखना, ना बुजुर्ग वेखना है, ना जवान वेखना है, ना बच्चा वेखना, ना कोई होर वेखना है, इन्हें समा वेखना है। और समय दे जदों समय नूं समय ने आवाज दे दी, ते फिर महाराज कहते बहु जतन करता बलवंतकारी, सेवंत सूरा चतुर दिसे। उत्थे सारियां दे हथ खड़े हो जाया करते ने, भावें जिन्ने मर्जी डॉक्टर लै आओ, वैद लै आओ, जिन्नियां मर्जी दवा दारूआं दा प्रबंध कर दिओ, पैसे भी ते दवाइयां भी हत्थां 'च ही रह जांदियां ने, जान वाला हथों निकल जाया करता है। वैद कहे हो ही भला, दारू मेरे वस, एहो तो वस्त गोपाल की जप भावे ले खस। वैद मुआ रोगी मुआ, मुआ सब संसार। कहते जेड़ा वैद डॉक्टर कह रहा सी 5 मिनट पहला ले आउंदे हो, मैं बंदा नहीं सी मरन देना, कहते पता लग्या 5 मिनट पहला डॉक्टर नूं अटैक हो गया, ओदे हुक्म च है। इत्थे कोई नहीं टाल सके, टलना भी नहीं किसी दे कोल। बहु जतन करता बलवंतकारी, सेवंत सूरा चतुर दिसे, हो के रहना है। ते फिर सतगुरु अगे अरदास है, महाराज जी सानू भाणा मनण दी ताकत बख्शे। कदे गुरु रामदास महाराज जी के मां ते बाप चले गए, उम्र कितनी दुनियावी तौर पे। कदे गुरु हरगोबिंद साहब जी के पिता शहीद होंदे, गुरु अर्जन साहब जी महाराज। कदे गुरु रामदास जी शरीर त्यागते ने,
ਤੇ ਬੀਬੀ ਭਾਨੀ ਜੀ ਮਗਰਲੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਨੇ। ਇੱਥੇ ਕਦੇ ਬਾਪ ਤੁਰ ਰਿਹਾ ਹੈ ਤੇ ਕਦੇ ਪੁੱਤਰ ਤੁਰ ਰਿਹਾ, ਪਰ ਉਹਦੇ ਭਾਣੇ 'ਚ ਰਹਿ ਕੇ ਸਾਨੂੰ ਦੱਸਿਆ ਭਾਈ ਸਤਿਗੁਰ ਦੇ ਭਾਣੇ ਦੇ ਵਿੱਚ ਚੱਲਣਾ, ਜਿੱਥੇ ਹੁਕਮ ਰਜ਼ਾਈ ਚੱਲਣਾ, ਉਹਦੇ ਕੀਤੇ ਨੂੰ ਪ੍ਰਵਾਨ ਕਰੀ। ਉੱਥੇ ਘਟਨਾਵਾਂ ਤੋਂ ਸਿੱਖਣ ਲਈ ਯਤਨਸ਼ੀਲ ਹੋਈ। ਸ਼ਬਦ ਤੁਹਾਡੇ ਸਾਹਮਣੇ ਰੱਖੇ ਨੇ ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਬਚਨ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਦੀਆਂ। ਜਿਹੜੀਆਂ ਚਿੱਤ ਖਿਆਲ ਵਿੱਚ ਨਹੀਂ ਸਨ, ਜਿਹੜਾ ਜਨਮ ਸੀ ਮਰਨ ਵਿੱਚ ਬਦਲਿਆ, ਖੁਸ਼ੀ ਗਮੀ ਵਿੱਚ ਬਦਲ ਗਈ, ਮਿਲਣਾ ਵਿਛੋੜੇ 'ਚ ਬਦਲਿਆ, ਇੱਕਦਮ ਸਾਰਾ ਕੁਝ ਚੇਂਜ ਹੋਇਆ। ਬਾਬਾ ਫਰੀਦ ਸਾਹਿਬ ਜੀ ਨੇ ਇਸ ਘਟਨਾ ਨੂੰ ਵੇਖ ਕੇ ਆਪਣੇ ਤੇ ਲਾ ਲਿਆ, ਆਖਿਆ ਮਨਾ ਅੱਜ ਦੂਜੇ ਦੀ ਵਾਰੀ ਤੇਰੀ ਲੱਗੀ ਹੋਈ। ਅਗਲਾ ਸ਼ਬਦ ਉਪਜੈ ਨਿਪਜੈ ਨਿਪਜ ਸਮਾਈ, ਅੱਖਾਂ ਨਾ ਵੇਖ ਰਹੇ ਆ, ਕੋਈ ਜੰਮ ਕੇ ਜਵਾਨ ਹੋ ਰਿਹਾ ਤੇ ਕੋਈ ਜਵਾਨ ਹੋ ਕੇ ਬੁੱਢਾ ਹੋ ਰਿਹਾ। ਕਿਸੇ ਦੀ ਜਵਾਨੀ ਜਾ ਰਹੀ ਹੈ, ਕਿਸੇ ਨੂੰ ਬੁਢੇਪਾ ਨਾਲ ਹੀ ਲੈ ਕੇ ਜਾ ਰਿਹਾ। ਇਹੀ ਵੇਖ ਰਹੇ ਆ ਨਾ, ਨੈਣੇ ਦੇਖਤੇ ਜਗ ਜਾਈ, ਬੰਦਾ ਜਿੰਨਾ ਮਰਜੀ ਯਤਨ ਕਰ ਲੈ, ਪਰ ਸੱਚ ਇਹ ਹੈ ਉਹਨੂੰ ਸਮੇਂ ਨੇ ਸਮਾਂ ਦੇਣਾ ਨਹੀਂ, ਆਪਣੀ ਰਫ਼ਤਾਰ ਤੁਰਿਆ ਜਾਂਦਾ। ਜਦੋਂ ਜਨਮ ਮਰਨ ਖੁਸ਼ੀ ਗਮੀ ਮਿਲਣ ਵਿਛੜਨ ਹੋ ਕੇ ਹੀ ਰਹਿਣਾ ਹੈ, ਤੇ ਫਿਰ ਸਤਿਗੁਰ ਬਚਨ ਕਰਦੇ ਨੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਫਿਰ ਕਪਟ ਨਾ ਕਰੀ, ਕਿਸੇ ਲਈ ਮਾੜਾ ਨਾ ਸੋਚੀ, ਕਿਸੇ ਦਾ ਮਾੜਾ ਨਾ ਕਰੀ, ਮਾੜਾ ਖਾਈ ਨਾ, ਬਿਮਾਰ ਹੋਏਗਾ, ਮਾੜਾ ਪਹਿਨੀ ਵੀ ਨਾ, ਮਾੜਾ ਬੋਲੀ ਨਾ, ਮਾੜਾ ਚਾਲ ਚੱਲਣ ਨਾ ਰੱਖੀ। ਤੇਰੇ ਲਈ ਆਉਣ ਵਾਲੀਆਂ ਪੁਸ਼ਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਆ ਦੋ ਟੱਬਰ ਤੁਸੀਂ ਗਲੋਂ ਲਾਏ ਪੰਜਾਬ ਦੇ ਬੜੇ ਜ਼ੋਰ ਨਾਲ, ਔਰ ਉਹਨਾਂ ਨੇ ਇੱਥੋਂ ਤੱਕ ਕਰ ਦਿੱਤਾ ਜੀ, ਨਾਲ ਤਾਂ ਕੱਖ ਨਹੀਂ ਜਾਣਾ, ਪਰ ਪੰਜਾਬ ਦੇ ਵਿੱਚ ਵੀ ਛੱਡ ਕੇ ਕੱਖ ਨਹੀਂ ਜਾਣਾ। ਜੰਮਣ ਵਾਲਾ ਵੀ ਪੰਜਾਬ ਦੇ ਵਿੱਚ ਕਰਜਾਈ ਤੇ ਮਰਨ ਵਾਲਾ ਵੀ ਕਰਜਾਈ। ਪਰ ਇਹ ਜਿਹੜੇ ਦੋ ਤਿੰਨ ਟੱਬਰ ਸਨ, ਇਹਨਾਂ ਦੇ ਜੰਮਣ ਵਾਲੇ ਵੀ ਅਰਬਾਂ ਪਤੀ ਤੇ ਮਰਨ ਵਾਲੇ ਵੀ ਅਰਬਾਂ ਪਤੀ। ਇਹੀ ਹੋਇਆ ਨਾ। ਪਰ ਸਤਿਗੁਰ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਤੁਸੀਂ ਪੰਜਾਬ ਵੇਚ ਕੇ ਮਹੱਲ ਖੜੇ ਕਰ ਲੈ, ਇੱਕ ਦਿਨ ਇਹਨਾਂ ਮਹੱਲਾਂ 'ਚ ਉੱਲੂ ਬੋਲਣਗੇ, ਦੇਖ ਲਿਓ। ਕਿਉਂ? ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਦੀਜੈ। ਸਜਣਾ ਅੰਤ ਨੂੰ ਰੱਸੀ ਗਲ 'ਚ ਪੈਣੀ ਹੈ, ਇੱਥੇ ਵੀ ਉੱਥੇ ਵੀ। ਇਹ ਮਤਾ ਸੋਚੀ ਵੀ ਇੱਥੇ ਕੋਈ ਨਹੀਂ ਵੇਖਦਾ, ਇਤਿਹਾਸ ਵੀ ਲਿਖੇ ਜਾਣੇ। ਸਿਕੰਦਰ ਵਰਗੇ ਮਰਨ ਵੇਲੇ ਕਹਿੰਦੇ ਨੇ ਮੇਰੀਆਂ ਬਾਹਾਂ ਅਰਥੀ ਚੋਂ ਬਾਹਰ ਕੱਢ ਦੇ। ਕਿਉਂ? ਕਹਿੰਦੇ ਖੱਫਣ ਨੂੰ ਖੀਸਾ ਹੈ ਨਹੀਂ, ਨਾਲ ਕੱਖ ਨਹੀਂ ਜਾਣਾ, ਵੰਡ ਦਿਓ ਜੋ ਕੁਝ ਇਕੱਠਾ ਕੀਤਾ ਹੈ। ਪਰ ਪੰਜਾਬ ਦੇ ਹਾਕਮ ਜਿਹੜੇ ਗਏ ਨੇ, ਇਹ ਕਹਿੰਦੇ ਸੀ ਨਾਲ ਤਾਂ ਕੱਖ ਨਹੀਂ ਜਾਣਾ, ਛੱਡ ਕੇ ਇੱਥੇ ਵੀ ਕੱਖ ਨਹੀਂ ਜਾਣਾ। ਉਹ ਕਹਿੰਦੇ ਸਨ। ਸਿਕੰਦਰ ਦੀ ਦੂਸਰੀ ਗੱਲ ਬੜੀ ਕਮਾਲ ਦੀ, ਸਿਕੰਦਰ ਕਿਸੇ ਮਾਰ ਤੇ ਚੜਿਆ, ਅੱਗੇ ਦਰਿਆ ਪਾਰ ਕਰਨਾ ਸੀ। ਇਹਦਾ ਗੁਰੂ ਕਹਿੰਦਾ ਸਿਕੰਦਰ ਪਹਿਲੇ ਮੈਂ ਜਾਣਾ ਹੈ, ਜੇ ਮੈਂ ਰੁੜ ਗਿਆ ਤੇ ਪਿੱਛੇ ਨਾ ਆਈ, ਨਿਕਲ ਗਿਆ ਤੇ ਫੌਜ ਲੈ ਕੇ ਆ ਜੀ। ਸਿਕੰਦਰ ਨੂੰ ਅਸੀਂ ਲੁਟੇਰਾ ਕਹਿੰਦੇ। ਸਿਕੰਦਰ ਕਹਿੰਦਾ ਗੁਰੂ ਜੀ ਇਹ ਤੇ ਮੇਰੇ ਜੰਮਣ ਦਾ ਫਾਇਦਾ ਕੋਈ ਨਾ ਹੋਇਆ। ਕਿਉਂ? ਕਹਿੰਦੇ ਜੇ ਗੁਰੂ ਰੁੜ ਗਿਆ ਤੇ ਸਿਕੰਦਰ ਦੇ ਜੰਮਣ ਦਾ ਕੀ ਫਾਇਦਾ। ਪਹਿਲੇ ਸਿਕੰਦਰ ਜਾਊ, ਸਿਕੰਦਰ ਰੁੜ ਗਿਆ ਤੇ ਗੁਰੂ ਸਿਕੰਦਰ ਹੋਰ ਪੈਦਾ ਕਰ ਲੈ। ਪਰ ਜੇ ਗੁਰੂ ਰੁੜ ਗਿਆ, ਸਿਕੰਦਰ ਤੋਂ ਗੁਰੂ ਪੈਦਾ ਨਹੀਂ ਹੋਣਾ। ਭਾਈ ਦਇਆ ਸਿੰਘ ਚਮਕੌਰ ਦੀ ਗੜੀ 'ਚ ਕਹਿੰਦੇ ਸਤਿਗੁਰੂ ਗੜੀ ਛੱਡ ਕੇ ਚਲੇ ਜਾਓ, ਤੁਸੀਂ ਸ਼ਹੀਦ ਹੋ ਗਏ, ਸਾਡੇ ਤੋਂ ਕੁਝ ਨਹੀਂ ਹੋਣਾ, ਅਸੀਂ ਸ਼ਹੀਦ ਹੋਵਾਂਗੇ, ਸਾਡੇ ਵਰਗੇ ਹੋਰ ਪੈਦਾ ਕਰ ਦਿਓ। ਪਰ ਇਹ ਜਿਹੜੇ ਗੁਰਦੁਆਰਿਆਂ ਤੇ ਕਬਜ਼ਾ ਕਰੀ ਬੈਠੇ ਨੇ, ਇਹ ਕਹਿੰਦੇ ਨੇ ਗੁਰੂ ਰੁੜਦਾ ਰੁੜਨ ਦਿਓ, ਅੱਗ ਲੱਗਦੀ ਲੱਗਣ ਦਿਓ, ਚੋਰੀ ਹੁੰਦੇ ਹੋਣ ਦਿਓ, ਪਾੜੇ ਜਾਂਦੇ ਨੇ ਪਾੜ ਦਿਓ, ਬਸ ਸਾਡੀਆਂ ਜਥੇਦਾਰੀਆਂ ਤੇ ਸਾਡੀਆਂ ਪ੍ਰਧਾਨਗੀਆਂ ਕਾਇਮ ਰਹਿ ਜਾਣ। ਇਹ ਤੇ ਸਿਕੰਦਰਾਂ ਤੋਂ ਵੀ ਗਏ ਗੁਜ਼ਰੇ।
मन मेरे भूले कपट न कीजै, अंत नबेरा तेरे जी पै लीजै। सजना अंत नूं तेरे तो तेरियां पुछतां तो पुछया जाना। बाबर नूं पुछया गया, अज तक बाबर दा जिक्र है। औरंगे नूं पुछया गया, अज तक औरंगे दा जिक्र है। ते जिन्हां नूं अज पुछया जाना है, इन्हां दा भी अगे जाके जिक्र होना है। इसलिए सतगुरां दे पावन वचन, मन मेरे भूले कपट न कीजै, अंत नबेरा तेरे जी पह लीजै, और मन मेरे सतगुर के भाणे चल। गुरु अमरदास महाराज जियां दे वचन, सतगुर के भाणे चल। सिख दे सतगुरां दे भाणे च चलदियां ना तां बिना किरपान तो सच्चे होण दा दावा करना, अमृत नहीं छकना ते कहना जी मन सच्चा होना चाहिए। ना तां ये गलती करनी, ना किरपान पा के झूठ बोलना, ये दोवें गल्लां नहीं करनी। करना की है? गुरु तो अमृत की दात प्राप्त करनी। पांच सिंह अमृत जो देवै, उदों बाद सिख रहत मर्यादा अनुसार साडा जन्म मरण खुशी गमी सतगुरां दी बाणी अनुसार है। ना सूतक है, ना मंगलीक है, ना पातक है। साडे घर च इन्हां नूं कोई थां नहीं। साडे घर दे विच शब्द गुरु दे लड़ तां लगना है, साबत सूरत दस्तार सिरा होना है। नशियां तो बचना है, पर गमन तो बचना है, मुरदार तो बचना है। अपना खान पान बोल बाणी चाल चलन पहरावा ठीक करना है। इसलिए शब्द गुरु दे लड़ लगना है। साडे घर च कोई चढ़ाई कर जाए, असी उत्थे भी कहना है, मैं पिछे कीर्तन करियो निर्वाण जियो, ताकि जान वाले दी आत्मा नूं शांति मिले, परिवार नूं अडोलता मिले। और साडे घर च भी हुक्म है, जदों पुरानी चढ़ाई कर जाए कहते उहदे कपड़े पाड़ के नहीं लाउणे, स्नान कराउण वेले उहदे लीड़े नहीं पाड़दे, फिर स्नान करवा के उहनूं खप्पड़ नहीं पाउणा, वधिया बस्तर दिओ ना। अज जंदी बड़ी माड़ा व्यवहार के। फिर जदों लैके तुरना है, आम तौर ते कहते पैर घुमाओ, साडे घर च पैर भी नहीं घुमाए जाते। जिहदे पैरां करके घर वसे होण, उहदे पैर क्यों बाहर नूं कीते जाण। थोड़ा जिहा अगे जाओ, कहते जी ठीकरा भन्नो। ठीकरा औरंगजेब दे सिर भन्निया सी गुरु तेग बहादुर साहब ने। ठीकर फौर दलीसर 800 किसानां ने ठीकरा भन्निया मोदी सरकार दे सिर दिल्ली सरहद ते जाके। इनू कहते ठीकरा भन्नना। साडे वालियां ने की बिगाड़िया भी असी अपने दे ठीकरे भन्नीए? नहीं, ये गुरमत नहीं। महाराज जी कहते अपने जियां दे ठीकरे ना भन्नी, मरे दे मूंह नूं घ्यो ना लाई, ओ लाउण जिन्हां ने जिउंदे जी पुछया नहीं। फिर दीवे जगाउंदे ने मड़ी ते। महाराज जी कहते दीवा ओ जगायो, सच्चे मार्ग चलदियां उस्तत करे जहान। सच दे मार्ग दे धारनी बणियो, ताकि तुहाडे कम्मां नूं वेख के लोग तुहाडीआं पुछतां नूं तुहाडे वड्डिआं नूं धन आखण। फिर कहते जी भांडा टींडा दान कर दिओ। महाराज जी कहते भांडा टींडा नाल नहीं जे जाण। नाल निभण वाली कोई वस्तु है, वो नाम है। जिस सिमरत सब गिल बिख नासे, पितरी होए उधारो। इसलिए भाई गुरु का हुक्म है, मत मैं पिछे कोई रोवसी सो मैं मूल ना पाया। कहते जी फुल चुग के हुण उन्हां नूं हरद्वार लैके जाना, पर साडे बुजुर्ग फुल चुगण तो बाद भी कहते सी पीस लो, उस जगह ते सुट के आओ जिथों गुरु के सिख गुजरते हो। साडी खाक गुरु के सिखां दे चरनां नूं स्पर्श करे, साडे घर दी मर्यादा। फिर महाराज जी शब्द करके होर की हो। महाराज जी कहते पिता को प्यार ना परोसी पे पाई है। प्यो वर्गा प्यार प्यो ही दे सकता है, दूजा नहीं। भरा वर्गा प्यार भरा ही दे सकता है, दूसरा नहीं। एक पत्नी नूं पुछो, पति वर्गी देखभाल जिम्मेवारी पति निभा सकता है, कोई दूसरा नहीं। एक मां नूं पुछो,
ਪੁੱਤਰ ਵਰਗਾ ਪੁੱਤਰ ਹੀ ਹੋ ਸਕਦਾ ਹੈ, ਕੋਈ ਦੂਜਾ ਨਹੀਂ। ਤੇ ਭਾਈ ਸਾਹਿਬ ਕਹਿੰਦੇ ਪਿਤਾ ਕੋ ਪਿਆਰ ਨਾ ਪਰੋਸੀ ਪੈ ਭਾਈ। ਬਾਪੂ ਨੇ ਉਂਗਲ ਫੜੀ ਹੋਵੇ ਮੇਲੇ ਵੀ ਚੰਗੇ ਲੱਗਦੇ ਨੇ, ਬਾਪ ਦੀ ਉਂਗਲ ਛੁੱਟ ਜਾਏ ਤੇ ਮੇਲੇ ਵੀ ਉਜੜ ਜਾਇਆ ਕਰ। ਜਿੱਡੇ ਵੱਡੇ ਮਰਜ਼ੀ ਹੋਣ, ਜੋ ਮਰਜ਼ੀ ਹੋਵੇ, ਬਾਪ ਮੇਲੇ 'ਚ ਲੈ ਕੇ ਗਿਆ ਬੱਚੇ ਨੂੰ, ਉਂਗਲ ਬਾਪ ਦੀ ਫੜੀ, ਕਹਿੰਦਾ ਬਾਪੂ ਖਾਣ ਨੂੰ ਲੈ ਦਿਓ, ਖੇਡਣ ਨੂੰ ਲੈ ਦਿਓ, ਕਹਿੰਦਾ ਜੇਰਾ ਕਰ ਸਾਰਾ ਕੁਝ ਲੈ ਕੇ ਦੇਣਾ। ਧੱਕਾ ਵੱਜਾ, ਬਾਪ ਤੇ ਪੁੱਤਰ 'ਚ ਵਿਛੋੜਾ ਪੈ ਗਿਆ। ਕਿਸੇ ਨੇ ਪੁੱਛੜ ਚੁੱਕ ਕੇ ਆਖਿਆ ਤੈਨੂੰ ਖਾਣ ਨੂੰ ਲੈ ਕੇ ਦੇਣਾ ਹੈ, ਕਹਿੰਦਾ ਹੁਣ ਤੇ ਭਾਵੇਂ ਮੇਲਾ ਲੈ ਦਿਓ, ਮੇਰੇ ਲਈ ਨਕਮਾ ਹੈ, ਕਿਉਂਕਿ ਬਾਪੂ ਦੇ ਪੁੱਛੜ ਚੜ ਕੇ ਮੇਲੇ ਚੰਗੇ ਲੱਗਦੇ ਨੇ, ਹੁਣ ਤਾਂ ਮੇਲੇ ਵੀ ਕਿਸੇ ਕੰਮ ਦੇ ਨਹੀਂ ਹੈ। ਇਸ ਲਈ ਜਿਸ ਬਾਪ ਦੀ ਉਂਗਲ ਪੁੱਤਰ ਕੋਲੋਂ ਛੁੱਟ ਜਾਏ, ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਸੁੱਖ ਦੇ ਦਿਓ, ਉਹ ਬਾਪੂ ਲੱਭਦਾ ਕਿੱਥੇ? ਉਹਨੂੰ ਬਾਪ ਯਾਦ ਆਉਂਦਾ ਹੈ। ਚੀਜ਼ਾਂ ਸਾਹਮਣੇ ਪਈਆਂ ਨੇ, ਕਿਸੇ ਕੰਮ ਦੀਆਂ। ਇਸ ਲਈ ਸਾਡੇ ਘਰ 'ਚ ਸ਼ਬਦ ਗੁਰੂ ਦਿੱਤਾ। ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਕੋਲ ਬੈਠੇ ਹੋਏ ਸਨ ਤੇ ਨਾਨਕ ਨੇ ਆਖਿਆ, ਪਿਤਾ ਜੀ ਮੈਂ ਕਦੇ ਕਦੇ ਤੁਹਾਡੇ ਨਾਲ ਵਧੀਕੀਆਂ ਕੀਤੀਆਂ, ਮਾਫ ਕਰ ਦਿਓ। ਤੇ ਪਿਤਾ ਜੀ ਕਹਿਣ ਲੱਗੇ, ਨਹੀਂ ਨਾਨਕ, ਮੈਂ ਤੈਨੂੰ ਮਾੜਾ ਚੰਗਾ ਬੋਲਿਆ, ਤੂੰ ਮੈਨੂੰ ਮਾਫ ਕਰਦੀ, ਮੇਰੇ ਘਰ 'ਚ ਪਰਮੇਸ਼ਰ ਸੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਪਿਤਾ ਜੀ ਦੁਨੀਆ ਦੇ ਲੋਕ ਗੁਰੂ ਆਖਦੇ ਨੇ, ਓਏ ਨਾਨਕ ਤਾਂ ਤੁਸੀਂ ਆਖਿਆ। ਦੁਨੀਆ ਦੇ ਲੋਕ ਮੂੰਹ ਤੇ ਖੁਸ਼ਾਮਦ ਕਰਦੇ ਨੇ, ਪਿੱਠ ਪਿੱਛੇ ਨਿੰਦਿਆ। ਬਾਪੂ ਮੂੰਹ ਤੇ ਝਿੜਕਦਾ ਹੈ, ਪਿੱਠ ਪਿੱਛੇ ਪਿਆਰ ਕਰਦਾ ਹੈ। ਇਹ ਬਾਪੂ ਦੀ ਫਿਤਰਤ ਹੈ। ਦੁਨੀਆ ਦੇ ਲੋਕੋ, ਨਾਨਕ ਨੇ ਬਾਪ ਨਹੀਂ ਜੰਮਿਆ, ਬਾਪ ਨੇ ਨਾਨਕ ਜੰਮਿਆ। ਰੱਬ ਇੱਕ ਹੀ ਹੋ ਸਕਦਾ ਹੈ, ਉਹ ਪਰਮੇਸ਼ਰ। ਜੇ ਇੰਨੀ ਗੱਲ ਸਾਡੇ ਬੱਚਿਆਂ ਨੂੰ ਕਿਤਾਬਾਂ 'ਚ ਪੜ੍ਹਾ ਦਿੱਤੀ ਜਾਂਦੀ, ਅੱਜ ਸਾਡੇ ਬੱਚਿਆਂ ਨੇ ਨਾ ਤਾਂ ਕੋਰਟ ਮੈਰਿਜਾਂ ਕਰਾਉਣੀਆਂ ਸੀ, ਨਾ ਕੋਰਟਾਂ 'ਚ ਤਲਾਕ ਮੰਗਣੇ ਸਨ। ਉਹਨਾਂ ਕਹਿਣਾ ਸੀ, ਮੈਂ ਦੁਨੀਆ ਤੇ ਰੱਬ ਵੇਖਿਆ ਬਾਪ ਦੇ ਰੂਪ ਦੇ ਵਿੱਚ, ਮੇਰਾ ਬੈਸਟ ਫਰੈਂਡ, ਵਧੀਆ ਮਿੱਤਰ ਬਾਪ। ਪਰ ਜਦੋਂ ਇਹ ਗੱਲ ਪੜ੍ਹਾਈ ਨਹੀਂ ਗਈ, ਹੁਣ ਉਹ ਅਮਲੀ ਪੈਦਾ ਹੋ ਗਏ, ਆਪਣੇ ਬਾਪ ਨੂੰ ਆਖੀ ਜਾਂਦੇ ਨੇ ਮੇਰਾ ਬਾਪ ਬਾਪ ਸਮਾਨ। ਇਹੋ ਜਿਹੇ ਹੋ ਗਏ ਨਾ। ਇੱਕ ਬੰਨੇ ਬਾਪੂ ਨੂੰ ਬਾਪੂ ਸਮਾਨ ਕਹਿਣ ਵਾਲੇ ਨੇ, ਇੱਕ ਬੰਨੇ ਬਾਪੂ ਨੂੰ ਪਰਮੇਸ਼ਰ ਸਮਾਨ ਕਹਿਣ ਵਾਲੇ ਨਾਨਕ ਨੇ। ਇਸ ਲਈ ਭਾਈ ਸਿੱਖੋ, ਆਪਾਂ ਨਾਨਕ ਦੇ ਵਾਰਸ ਬਣ ਕੇ ਸ਼ਬਦ ਗੁਰੂ ਦਾ ਆਸਰਾ ਲੈਂਦੇ ਹਾਂ। ਬਾਪੂ ਦੀ ਪੱਗ ਵੱਡੇ ਪੁੱਤਰ ਨੂੰ ਦਿੰਦੇ, ਪੁੱਤਰਾ ਸਿੱਖੀ ਸਾਂਭ ਕੇ ਰੱਖੀ, ਜ਼ਿੰਮੇਵਾਰੀਆਂ ਪੂਰੀਆਂ ਕਰੀ। ਤੇ ਬੇਨਤੀ ਕਰਾਂ, ਜਿੱਥੇ ਵੀਰ ਸੁਖਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਬੈਠੇ, ਆਓ ਸਾਰੇ ਅੱਜ ਪ੍ਰਣ ਕਰੀਏ। ਸਭ ਤੋਂ ਪਹਿਲੀ ਗੱਲ, ਅਸੀਂ ਸ਼ਬਦ ਗੁਰੂ ਦੇ ਲੜ ਲੱਗਾ। ਦੂਸਰਾ, ਅਸੀਂ ਕਿਰਤ ਕਰਨ ਨੂੰ ਤਰਜੀਹ ਦੇਵਾਂਗੇ, ਵੇਲੇ ਰਹਿਣ ਨੂੰ ਨਹੀਂ। ਤੇ ਅੱਜ ਬਹੁਤਿਆਂ ਨੇ ਆ ਜਿਹੜੀਆਂ ਆਟਾ ਦਾਲ ਸਕੀਮਾਂ ਚੱਲੀਆਂ ਨੇ, ਇਹ ਵਿਹਲੜੇ ਨੇ, ਵਿਹਲਿਆਂ ਨੂੰ ਮਿਲਦੀਆਂ। ਮੈਂ ਕਹਿੰਦਾ ਜੇ ਆਟਾ ਦਾਲ ਸਕੀਮਾਂ ਦੇਣੀਆਂ ਨੇ ਨਾ, ਆਤਮਿਕ ਸ਼ਾਂਤੀ ਚਾਹੁੰਦੇ ਹੋ, ਉਹਨਾਂ ਨੂੰ ਦਿਓ ਜਿਨ੍ਹਾਂ ਦਾ 6 ਮਹੀਨੇ ਬਾਅਦ ਡ੍ਰੌਪ ਟੈਸਟ ਹੋਵੇ। ਜਿਹੜੇ ਨਸ਼ਾ ਕਰਦੇ ਨੇ ਕੋਈ ਸਕੀਮ ਨਹੀਂ, ਲੋੜਵੰਦ ਨੂੰ ਸਕੀਮ ਦਿਓ ਨਾ। ਨਸ਼ੇੜੀਆਂ ਨੂੰ ਕਾਹਦੀ? ਨਸ਼ੇ ਕਰਨ ਲਈ ਪੈਸੇ ਹੈਗੇ, ਪਰ ਆਟਾ ਦਾਲ ਲਈ ਹੈ ਨਹੀਂ। 6 ਮਹੀਨੇ ਬਾਅਦ ਡ੍ਰੌਪ ਟੈਸਟ ਹੋਣ, ਉਹਨਾਂ ਦੇ ਪੈਨ ਕਾਰਡ ਚੈੱਕ ਹੋਣ, ਸਾਰਾ ਕੁਝ ਹੋਵੇ। ਲਿਆਓ ਕੀ ਹੈ ਤੁਹਾਡੇ ਕੋਲ? ਔਰ NGO ਨਾ ਦਿਓ। ਜੇ ਆਤਮਿਕ ਸ਼ਾਂਤੀ ਚਾਹੁੰਦੇ ਆ ਤੇ ਫਿਰ ਸਰਕਾਰਾਂ ਚਲਾਇਓ, NGO ਨਾ ਚਲਾਇਓ। ਕਿਉਂਕਿ ਜਿਹੜੀਆਂ ਦੋ ਧਿਰਾਂ ਗਈਆਂ ਨੇ, ਉਹਨਾਂ ਦੇ ਸਾਰੇ ਲੋਕ NGO ਤੇ ਲਾ ਦਿੱਤੇ। ਸਰਕਾਰ ਨਾਂ ਦੀ ਚੀਜ਼ ਹੀ ਭੁੱਲ ਗਈ। ਤੇ ਹੁਣ ਜਦੋਂ ਤੁਸੀਂ ਸਰਕਾਰ ਚਲਾਓਗੇ, NGO ਮਰੂ, NGO ਦਾ ਵਿਰੋਧ ਕਰਨਗੇ। NGO ਬੰਦ ਕਰੋਗੇ ਤੇ ਸਰਕਾਰ ਦਾ ਵਿਰੋਧ ਹੋਊ। ਹੁਣ ਦੇਖ ਲਓ, ਦੋਵਾਂ ਪਾਸੇ ਖਾਈ ਹੈ, ਪਰ ਦੋਵਾਂ ਚੋਂ ਨਿਕਲਦਾ ਹੈ NGO ਨਹੀਂ। ਸਿਸਟਮ ਆਤਮਿਕ ਸ਼ਾਂਤੀ ਸਾਰਿਆਂ ਨੂੰ ਮਿਲੇ। ਉਹ ਤਾਂ ਮਿਲੂ ਜਦੋਂ ਸਾਰਿਆਂ ਦੇ ਕੋਲੇ ਰੋਟੀ ਕੱਪੜਾ ਮਕਾਨ ਹੋ। ਉਹ ਤਾਂ ਮਿਲੂ ਜਦੋਂ ਪਾਉਣ ਗੁਰੂ ਆ ਪੜ੍ਹਦੇ ਆਪਾਂ, ਆਤਮਿਕ ਸ਼ਾਂਤੀ ਪਾਉਣ ਗੁਰੂ ਨੇ ਦੇਣੀ। गुरु के बाद
पंजाब रोडा पोडा कर दिता जी। गुरु के बाग वड्डे, पंचायती जमीनां चो दूजियां तीजियां चो सब दरख्त खा गए। सानू लाने होणगे क्योंकि पत्थर साहब एसी साहब ने ना छां देनी ना साह देना, ना फल देने ना फुल देने, ना मज्जा पीड़ा देना है, ना मरण वेले 2.5 क्विंटल देना है। ये ते अंब साहब ने देना, ये ते जामनू साहब ने देना। पानी पिता पानी का ख्याल करियो। दरियावां दे विच दिते ने, धरती वाले शहर बनाते, कंढे ते खड़े पानी बचायो। माता धरत महत, जान वालियां नूं शांति और जीवन वालियां नूं भी शांति मिलो। मां का ख्याल करियो। अज पहला बेटा जम पे ते दूजा काका नहीं जमदे, क्यों? धी ना आ जाए। जे कुखी नहीं ते कत भी नहीं, ध्यान रखियो। पहली बेटी आ जाए ते दूजे बेटे नूं जमदे ने, क्योंकि जोड़ी दी तांग है। पर सतगुर दे घर च परवाह नहीं। इसलिए धीआं दे कातल ना बनियो, मां बोली दे कातल ना बनियो। धरत मां पंजाब जेड़ा नानक ने दिता सी, आओ उसे नूं बहाल करिए। उहदे विच की सी? किरत करनी, कोई वेलण नहीं रहन देना, सारे काम ते लावांगे। नाम जपना, सारे शब्द गुरु नाल जोड़ांगे। वंड के छकना, खो के खाण वाले नहीं, वंड के छकण वाले पैदा किए जाण। इसलिए तुहानूं रब ने सेवा का मौका दिता है और बड़ियां मुद्दतां बाद कुछ पलटा बजिया। ते तुहाडे लई जिथे बहुमत मिलण दी खुशी है, उत्थे एक बड़ा वड्डा दुख है कि कंडे बड़े बीजे होए, कोई राह नहीं बचिया जिथों तुसीं निकल सको। बड़ा सोच समझ के निकलना है। नौजवानी नूं खास करके बेनती करना है, भाई नशियां तो बचियो, माड़ियां आदतां तो बचियो, गुरु दे शब्द दे पुजारी बनियो। मर के आत्मक शांति भालन दी बजाए जिउंदे जी आत्मक शांति सानू प्राप्त होवे। ते जिस गुरु नूं तुसीं प्यार करके कहंदे हो, साडे जन्म दे शब्द गुरु, साडे विआह दे शब्द गुरु, साडे भोग दे शब्द गुरु, उस गुरु ग्रंथ साहिब जी दे 328 स्वरूप बादल कियां ने दरबार साहब दे विचों चोरी वेच दिते। 19 महीने हो गए मैनू भी बैठे। सानू भी आत्मक शांति चाहिए, मर के नहीं जिउंदे जी। ते तुसी बहुत सारे सरकार के नुमाइंदे इत्थे पहुंचे ते 328 स्वरूप महाराज जी दे चोरी हो जान, क्रिमिनल केस होवे, ये धार्मिकता वाली गल नहीं, इत्थे क्रिमिनल केस है। ये बड़ा बड़ा मुकदमा है जेड़ा 2 सरकारां ने टालिया। कैप्टन साहब सौं खा के मुकर गए, पापा की पंड नाल लैके मरन गए, क्योंकि हुण समा तो मिलना नहीं। उस गलती नूं सुधारन दा नाल ही जाओ। उस बाद चन्नी साहब आए, उन्होंने गुरु ग्रंथ साहिब जी बारे कोई गल नहीं की। हुण तीसरे तुहानूं लिआंदा है, भाई जान वालियां नूं भी आत्मक शांति ते जिउंदे रहण वालियां नूं भी आत्मक शांति चाहिए। कदों मिलू? जदों सतगुरु गुरु ग्रंथ साहिब जी दे 328 स्वरूप चोरी क्यों होए जानना चाहुंदे। 19 महीनों तो बैठे ते कृपा करके ध्यान दिओ, तुहाडा फर्ज बनता है कि उस जगह ते पहुंचो, इंसाफ करो। आटा दाल स्कीम दे के NGO ना चलायो, सरकार चलायो, सिस्टम चलायो, ताकि घटनावां तो सीखिया जा सके, घाटा नूं पूरा किया जा सके। और जिन्नी संगत इत्थे आई है, मैं सारी संगत नूं बेनती करदा है, जिथे तुसी वीर सुखपाल सिंह दी अरदास विच आए हो ना, अज परण करके जाओ। सानू आटा दाल स्कीमां नहीं चाहिए, सानू फ्री दी बत्ती नहीं चाहिए, असी पैसे देंगे। सिस्टम दिओ, वधिया करो, पढ़ाई दिओ, दवाई दिओ, सुरक्षा दिओ, सिद्धांत दिओ, भविख दिओ,
ਸਾਨੂੰ ਕੁਛ ਨਹੀਂ ਅਜਿਹਾ ਚਾਹੀਦਾ। ਫਰੀ ਦੇ ਵਿੱਚ ਤੇ ਅਸੀਂ ਆਪਣੇ ਗੁਰੂ ਤੋਂ ਅੰਮ੍ਰਿਤ ਨਹੀਂ ਲੈਂਦੇ। ਅੰਮ੍ਰਿਤ ਛਕਣ ਵੇਲੇ ਵੀ ਅਸੀਂ ਕਹਿੰਦੇ ਸਿਰ ਦੇ ਕੇ ਲਿਆ। ਫਰੀ ਚ ਅੰਮ੍ਰਿਤ ਨਹੀਂ ਮੰਗਿਆ ਸਿੱਖ ਨੇ। ਮਹਾਰਾਜ ਜੀ ਭਾਵੇਂ ਤੇਰਾ ਹੀ ਦਿੱਤਾ ਹੈ ਪਰ ਫਰੀ ਚ ਨਹੀਂ ਲੈਣਾ, ਸਿਰ ਦਿਆਂਗਾ। ਤੇ ਜਿਹੜੇ ਧਰਮ ਫਰੀ ਚ ਹੋਣ, ਸਰਕਾਰਾਂ ਫਰੀ ਚ ਹੋਣ, ਉਹ ਫਿਰ ਫਿਊਚਰ ਨਹੀਂ ਹੋਇਆ ਕਰਦੇ। ਇਸ ਲਈ ਫਰੀ ਦਾ ਕੋਈ ਮਤਲਬ ਨਹੀਂ ਬਣਦਾ। ਔਰ ਕੁਝ ਫੈਸਲੇ ਤੁਸੀਂ ਚੰਗੇ ਲੈ, ਗੁਰੂ ਕਿਰਪਾ ਕਰੇਗੀ ਆਤਮਿਕ ਸ਼ਾਂਤੀ ਦਾ ਸਾਡਾ ਸੰਬੰਧ ਬਣੇ। ਇਸ ਲਈ ਬੇਨਤੀ ਕੀਤੀ ਕਿ ਭੋਗਾਂ ਨੂੰ ਭੋਗ ਨਾ ਬਣਾਇਆ ਜਾਏ, ਭੋਗਾਂ ਤੋਂ ਸਿੱਖ ਲਿਆ ਜਾਏ। ਸਾਡੇ ਨੌਜਵਾਨ ਨਾ ਜਾਣ, ਵੱਧ ਤੋਂ ਵੱਧ ਸਾਨੂੰ ਭਰਾ ਦੇ ਮਗਰ ਭਰਾ ਚਾਹੀਦਾ, ਭੈਣ ਦੇ ਮਗਰ ਭੈਣ ਚਾਹੀਦੀ। ਅੱਜ ਨਿਆਣੇ ਹੈ ਨਹੀਂ, ਇੱਕੋ ਹੀ ਹੁੰਦਾ ਤੇ ਜਦੋਂ ਚੜ੍ਹਾਈ ਕਰ ਜਾਂਦਾ ਘਰ ਦਾ ਸਤਿਆਨਾਸ਼ ਹੋ ਜਾਂਦਾ। ਐਸਾ ਹੀ ਹੈ, ਇੱਕ ਨਾ ਦੇ ਘਰ ਇੱਕ ਪੁੱਤ, ਉਹ ਵੀ ਜਾਏ ਮਰ ਤੇ ਫਿਰ ਬਣੂ ਕੀ। ਤੇ ਅੱਗੇ ਸਾਡੇ ਘਰ 'ਚ ਚਾਰ ਹੁੰਦੇ ਸੀਗੇ, ਇੱਕ ਨਾਲ ਕੁਝ ਘਟਨਾ ਵਾਪਰ ਗਈ, ਕੋਈ ਨਹੀਂ ਮਗਰ ਦੂਸਰੇ ਹੈਗੇ, ਉਹ ਪੂਰਾ ਕਰਨਗੇ ਸਾਰਾ ਕੁਝ। ਹੁਣ ਜਦੋਂ ਦਾ ਅਸੀਂ ਇੱਕ ਰੱਖਿਆ, ਇੱਕ ਚੜ੍ਹਾਈ ਕਰ ਜਾਂਦਾ ਹੈ ਤੇ ਮਗਰੋਂ ਕੋੜਮਾ ਹੀ ਖਤਮ ਹੋ ਜਾਂਦਾ। ਇਸ ਲਈ ਇਹ ਗਲਤੀ ਨਾ ਕਰਿਓ। ਭਰਾ ਦੇ ਮਗਰ ਭਰਾ ਚਾਹੀਦਾ, ਭੈਣ ਦੇ ਮਗਰ ਭੈਣ ਚਾਹੀਦੀ ਹੈ। ਅਰਦਾਸ ਸਮਾਗਮ ਨੂੰ ਜ਼ਿੰਦਗੀ ਬਣਾਈਏ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਦਾ ਭਲਾ ਹੋ ਸਕੇ। ਸਤਿਗੁਰੂ ਕਿਰਪਾ ਕਰੇ। ਔਰ ਇਹ ਚੀਜ਼ਾਂ ਕਦੋਂ ਬਹਾਲ ਹੋਣਗੀਆਂ? ਜਦੋਂ ਤੁਸੀਂ ਆਪਣੇ ਗੁਰਦੁਆਰਿਆਂ ਨੂੰ ਨੀਚ ਕਿਸਮ ਦੀ ਸਿਆਸੀ ਧਿਰ ਤੋਂ ਆਜ਼ਾਦ ਕਰਾ ਦਿਓ। ਕਿਉਂਕਿ ਇੱਥੇ ਸਿਆਸਤ ਵੀ ਦੋ ਤਰ੍ਹਾਂ ਦੇ ਨੇ। ਸਿਆਸਤਦਾਨ ਇੱਕੋ ਹੀ ਆਈਡੀ, ਮੈਂ ਸਿਆਸੀ ਹਾਂ, ਮੈਂ ਧਾਰਮਿਕ ਨਹੀਂ। ਇੱਕ ਦੇ ਕੋਲੇ ਦੋ ਨੇ, ਮੈਂ ਸਿਆਸੀ ਵੀ ਹਾਂ ਤੇ ਮੈਂ ਧਾਰਮਿਕ ਵੀ ਹਾਂ। ਇਹ ਨਹੀਂ ਠੀਕ। ਇਹ ਦੋਗਲੇ ਜਿਹੜੇ ਨੇ, ਦੋ ਆਈਡੀ ਪ੍ਰੂਫ ਬਣਾਈ ਫਿਰਦੇ ਨੇ, ਇਹਨਾਂ ਨੂੰ ਗੁਰੂ ਘਰਾਂ ਚੋਂ ਕੱਢਣਾ ਬਹੁਤ ਜ਼ਰੂਰੀ, ਤਾਂ ਕਿ ਸਾਨੂੰ ਜਿਉਂਦੇ ਜੀ ਆਤਮਿਕ ਸ਼ਾਂਤੀ ਮਿਲੇ, ਆਤਮਿਕ ਅਭੇਦਤਾ ਮਿਲੇ। ਸਵਰਗਵਾਸੀ ਮਰ ਕੇ ਨਹੀਂ, ਅਸੀਂ ਜਿਉਂਦੇ ਜੀ ਹੋਣਾ ਹੈ ਔਰ ਪੰਜਾਬ ਨੂੰ ਸਵਰਗ ਬਣਾਉਣਾ ਹੈ, ਨਾ ਕਿ ਨਰਕ ਬਣਾ ਕੇ ਤੇ ਅੱਗੇ ਸਵਰਗ ਪਾ ਲੈਣਾ। ਇਹ ਗਲਤੀ ਨਹੀਂ ਕਰਦੀ। ਮਾਲਕ ਸਤਿਗੁਰੂ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਸਾਰਿਆਂ ਨੂੰ ਜੀਓ ਆਇਆ ਆਖਦਾ। ਵੀਰ ਸੁਖਪਾਲ ਸਿੰਘ ਸਦੀਵ ਕਾਲ ਵਿਛੋੜਾ ਦੇ ਗਏ ਔਰ ਉਹਨਾਂ ਦਾ ਸਮੁੱਚਾ ਪਰਿਵਾਰ, ਸਰਦਾਰ ਕੁਲਵੰਤ ਸਿੰਘ MLA ਇੱਥੋਂ ਦੇ ਹਲਕਾ, ਜਿਹੜੇ ਤੁਹਾਡੇ ਸੇਵਾਦਾਰ ਨੇ, ਮੈਂ ਸੇਵਾਦਾਰ ਕਹਾਂਗਾ। ਰਾਜ ਕਰਿਓ ਨਾ, ਰਾਜ ਦਿਓ। ਗਰੀਬ ਸਿੱਖਣ ਨੂੰ ਦਿਓ ਪਾਤਸ਼ਾਹ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਦੇਣ ਆਏ ਆ, ਕਰਨ ਨਹੀਂ। ਇਨਸਾਫ ਕਰਨ ਆਏ ਆ, ਬੇਇਨਸਾਫੀ ਨਹੀਂ। ਰਾਜਨੀਤੀ ਨਹੀਂ, ਲੋਕ ਨੀਤੀ, ਲੋਕਾਂ ਦੀ ਆਵਾਜ਼ ਅਸੀਂ ਉਹ ਕਰਾਂਗੇ। ਨੇਤਾ ਨੀਤੀ ਨਹੀਂ ਕਰਾਂਗੇ। ਉਹ ਕਾਨੂੰਨ ਨਹੀਂ ਬਣਾਵਾਂਗੇ ਜਿਹੜੇ ਨੇਤਾ ਨੀਤੀ ਨੂੰ ਬਚਾਉਂਦੇ ਨੇ, ਉਹ ਬਣਾਵਾਂਗੇ ਜਿਹੜੇ ਲੋਕ ਨੀਤੀ ਨੂੰ ਬਚਾ ਕੇ ਰੱਖਦੇ। ਇਸ ਲਈ ਸਾਡੇ ਭੋਗਾਂ ਤੇ ਵੀ ਸਾਡੀ ਜ਼ਿੰਦਗੀ ਦਾ ਕੁਝ ਨਾ ਕੁਝ ਸਾਨੂੰ ਪ੍ਰਾਪਤ ਹੋਵੇ। ਸਤਿਗੁਰੂ ਸਾਹਿਬ ਦੀ ਹਾਜ਼ਰੀ ਲਾ ਲੈਣ। ਸਾਰਿਆਂ ਨੂੰ ਜੀਓ ਆਇਆ ਆਖਦਾ ਹੈ। ਧੰਨਵਾਦ ਕਿਸੇ ਦਾ ਨਹੀਂ, ਨਾ ਕਰਿਓ। ਕਾਰਨ ਦੁਖਦਾਈ ਘਟਨਾ ਵਾਪਰੀ, ਸਾਂਤਾ ਆਪਾਂ ਕੋਈ ਕੀਤਾ ਨਹੀਂ ਆ ਕੇ ਵੀ ਧੰਨਵਾਦ ਕਰੋ ਜੀ ਮੈਂ ਵੀ ਆਇਆ ਹੋਇਆ। ਕਿਉਂ? ਵਜ੍ਹਾ ਇੱਥੇ ਅਰਦਾਸ ਹੈ, ਸਤਿਗੁਰੂ ਪਰਿਵਾਰ ਨੂੰ ਆਤਮਿਕ ਅਡੋਲਤਾ ਦੇ, ਸਾਨੂੰ ਸਾਰਿਆਂ ਨੂੰ ਆਤਮਿਕ ਪਿਆਰ ਬਖਸ਼ੀ, ਜਾਣ ਵਾਲੇ ਨੂੰ ਆਤਮਿਕ ਸ਼ਾਂਤੀ ਦੇਈ। ਤੇ ਮੈਨੂੰ ਭਾਈ ਮੇਜਰ ਸਿੰਘ ਹੋਣੀ ਦੱਸ ਰਹੇ ਸੀ ਵੀ ਇਹ ਸੁਖਪਾਲ ਸਿੰਘ ਹੋਣੀ ਤੇ ਪਰਿਵਾਰ ਬੜਾ ਵਧੀਆ। ਮੈਨੂੰ ਉਹਨਾਂ ਨੇ ਬਹੁਤ ਕੁਝ ਦੱਸਿਆ। ਮੈਂ ਰਾਤ ਉੱਥੇ ਸੀ ਤੇ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਵੀ ਇੱਕ ਅਰਦਾਸ ਕਰਦਾ, ਤੁਸੀਂ ਵੀ ਕਰਨੀ। ਤੁਸੀਂ ਅਰਦਾਸ ਇਹ ਕਰਨੀ ਕਿ ਸੁਖਪਾਲ ਸਿੰਘ ਨੂੰ ਚਰਨਾਂ 'ਚ ਨਿਵਾਸ ਬਖਸ਼ਿਓ, ਪਰ ਮੈਂ ਇਹ ਨਹੀਂ ਕਰਨੀ। ਮੈਂ ਇਹ ਕਹਾਂਗਾ ਸਤਿਗੁਰੂ ਜੀ ਸੁਖਪਾਲ ਸਿੰਘ ਵਰਗੇ ਸੇਵਾਦਾਰਾਂ ਨੂੰ ਚਰਨਾਂ 'ਚ ਨਿਵਾਸ ਨਾ ਦਿਓ, ਇੰਨੇ ਵਰਗਿਆਂ ਨੂੰ ਵਾਰ-ਵਾਰ ਧਰਤੀ ਤੇ ਭੇਜਿਓ। ਬਹੁਤ ਲੋੜ ਹੈ ਗੁਰਸਿੱਖਾਂ ਦੀ। ਚਰਨਾਂ 'ਚ ਨਿਵਾਸ ਕਿਹਨੂੰ ਦਿਓ? ਜਿਨ੍ਹਾਂ ਨੇ ਤੇਰੇ ਘਰ ਦੀਆਂ ਗੋਲਕਾਂ ਖਾਧੀਆਂ ਨੇ,
ਚੋਰੀਆਂ ਕੀਤੀਆਂ ਨੇ, ਇਤਿਹਾਸ ਬਦਲੇ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਨੇ, ਗੁਰੂ ਦੀਆਂ ਵਿਰਾਸਤਾਂ ਤੋੜੀਆਂ ਨੇ, ਗੁਰੂ ਪੰਥ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਇਹਨਾਂ ਲੋਕਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਦੀ। ਇਹ ਪੰਜਾਬ ਲਈ ਤੇ ਪੰਥ ਲਈ ਘਾਤਕ ਨੇ, ਇਹ ਨਹੀਂ ਚਾਹੀਦੇ ਇੱਥੇ। ਪਰ ਜਿਹੜੇ ਸੇਵਾ ਕਰਦੇ ਨੇ ਮਹਾਰਾਜ, ਇਹਨਾਂ ਨੂੰ ਤਾਂ ਧਰਤੀ ਤੇ ਰੱਖੀ। ਆ ਬੰਦਿਆਂ ਨੂੰ ਬਹੁਤ ਲੋੜ ਹੈ, ਚੰਗੇ ਬੰਦਿਆਂ, ਚੰਗੇ ਮਨੁੱਖਾਂ ਦੀ ਬਹੁਤ ਜ਼ਰੂਰਤ ਹੈ, ਜਿਹੜੇ ਰੋਜ਼ ਸੋਚਦੇ ਹੋਣ ਤੇਰੇ ਭਾਣੇ ਸਰਬੱਤ ਦਾ ਭਲਾ ਕਰਦੇ ਹੋਣ, ਲਿਖਦੇ ਹੋਣ, ਬੋਲਦੇ ਹੋਣ, ਚੱਲਦੇ ਹੋਣ। ਇਹਨਾਂ ਨੂੰ ਤਾਂ ਵਾਰ-ਵਾਰ ਧਰਤੀ ਤੇ ਭੇਜੀ। ਇਹ ਮੇਰੀ ਅਰਦਾਸ ਹੈ। ਹੋ ਸਕਦਾ ਤੁਸੀਂ ਸਹਿਮਤ ਨਾ ਹੋ, ਪਰ ਮੈਂ ਆਪਣੇ ਆਪ ਨਾਲ ਸਹਿਮਤ ਹਾਂ। ਇਹ ਚਾਹੀਦਾ ਹੈ ਸਤਿਗੁਰੂ ਕਿਰਪਾ ਕਰੇ, ਸਾਰਿਆਂ ਨੂੰ ਜੀਓ ਆਇਆ ਆਖਦਾ। ਗੁਰੂ ਘਰ ਦਾ ਕੀਰਤਨੀਆਂ ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਹੋਣ ਨਾਤੇ ਗੁਰੂ ਸਵਾਰਿਓ, ਜਿੱਥੇ ਵੀਰ ਸੁਖਪਾਲ ਸਿੰਘ ਨੂੰ ਸਮਰਪਿਤ ਹੋਏ ਹੋ, ਪੱਗ ਵੀ ਦਿੱਤੀ ਜਾਂਦੀ ਹੈ ਸਾਡੇ ਘਰ 'ਚ। ਪੱਗ ਸਾਡੀ ਜਿੱਦ ਜਾਨ ਹੈ, ਸ਼ਾਨ ਹੈ, ਜ਼ਿੰਮੇਵਾਰੀ ਹੈ, ਤੇ ਮਾਲਕ ਕਿਰਪਾ ਕਰੇ ਇਸ ਪੱਗ ਨੂੰ ਸੰਭਾਲਿਓ। ਸਾਰਿਆਂ ਨੂੰ ਜੀਓ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ ਕਬੀਰ। ਮੇਰਾ ਮੁਝ में किछ नहीं, मेरा मुझ में किछ नहीं, जो किछ है सो तेरा, तेरा तुझको सौंप दे, तेरा तुझको सौंप दे। क्या लगे मेरा, क्या लगे मेरा, क्या लगे मेरा, जो किछ है सो तेरा, जो किछ है सो तेरा कबीर। मेरा मुझ में किछ नहीं, मेरा मुझ में किछ नहीं, जो किछ है सो तेरा, 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 जो किछ है सो तेरा। राम कली महला तीजा आनंद, एक ओंकार सतगुर प्रसाद। आनंद भया मेरी माए, सतगुरु मैं पाया, सतगुर का पाया सहज सीधी मन बचिया बरदा। राग रतन परिवार मरिया शब्द का बढ़िया, शब्द होता का हो हरि केरा मन चिन्नी बसाया। कहे नानक आनंद हो सतगुरु मैं पाया, ए मन मेरे तू सदा रहो हर नाल, नाल रहो तुम मन मेरे तुम सब साथ। अंगीकारो करे तेरा कारज सब सवारना, सबका करना सबरत स्वामी सुखियो मनो सारे। कहे नानक मन मेरे सदा रहो हर नाल, साचे साहिबा क्या नाई करने। कहता तेरा सब कुछ है जिस तेरे सो पावाई, सरदा से सलाह तेरी नाम मन सारे। नाम जिनकर मन वसया बाजी शब्द कनेरी, कहे नानक सच्चे साहिब क्या नहीं करते ऐसा चला। मेरा आधार साजना में आधार मेरा, जिनको का सब गवाही
ਕਰ ਸਾਥ ਸੁਖਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਤਨੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਖ ਸ਼ਬਦ ਤਰੋ ਪਿਆ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਨਿਤ ਕਰ ਸਭਾ ਕੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਨ ਪਾਇਆ ਜਿਨ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਜਸ ਕੋ ਅਤਿ ਕਰਨ ਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇ ਸਗਲ ਵਿਸੋਰੇ ਦੁਖ ਰੋਗ ਸੰਤਾਪ ਮੇਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਗੁਰੇ ਗੁਰਤੇ ਜਾਣੀ ਸੁਣ ਕੇ ਪੁਨੀਤ ਕਹਦੇ ਪਵਿੱਤ ਸਤਿਗੁਰ ਰਹਿਆ ਪਦ ਪੂਰੇ ਬਿਨ ਵਰਤਨਾਨ ਗੁਰ ਚਰਨ ਲਾਗੇ ਬਾਜੀ ਸਲੋਕ ਪਵਨ ਗੁਰੂ ਮਾਨਾ ਤਰਤ ਮਹਤ ਖਿਲੇ ਸਗਲ ਜਗਤ ਚਲਿਆ ਇਹ ਨੇੜੇ ਕੇ ਦੂਰ ਜਿਨੀ ਨਾਮ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਬੇਅੰਤ ਭੁੱਲਣ ਦੀ ਖਿਮਾ ਸਾਰਿਆਂ ਨੂੰ ਜੀਓ ਆਇਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਪਤੀ ਸਾਹਿ ਵਾਰ ਸ੍ਰੀ ਪਤੀ ਪਾਤਸ਼ਾਹ ਦਸਵੀਂ ਦਰਥਨ ਭਗਵਤੇ ਸਿਮਰ ਕੈ ਗੁਰੂ ਨਾਨਕ ਲੈ ਤੇ ਆਏ ਫਿੰਗਤ ਗੁਰ ਤੇ ਅਰਦਾਸ ਨਾਮ ਦਸਿਆ ਹੋਈ ਸਹਾਇ ਅਰਜਨਾ ਗੋਬਿੰਦ ਨਾਮ ਸਿਮਰਨ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸਿੱਠੇ ਸਭ ਪੁਜਾਈ ਦੇ ਬਹਾਦਰ ਸਿਮਰਿਆ ਨਾਮ ਦੇ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸ਼ਾ ਪਾਤਸ਼ਾਹ ਜੋਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਿਦਾਤਾ ਧਿਆਨ ਰੱਖੇ ਖਾਲਸਾ ਜੀ ਵੱਲੋਂ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਏ ਤੇ ਗਵਾਹੇ ਦੇ ਕੇ ਅੰਡੜ ਕੀਤਾ ਇਹਨਾਂ ਪਿਆਰਿਆਂ ਸਚਨ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਵੱਲੋਂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੇ ਦਿੱਤੇ ਬੰਦ ਕਟਵਾਏ ਉਪਰੀਆਂ ਲਾਈਆਂ ਚਰਖੜੀਆਂ ਤੇ ਚੜੇ ਆਰਣਾ ਚਰਾਏ ਗਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਸਨ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਵੱਲੋਂ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰੇ ਦਾ ਧਿਆਨ ਰੱਖੇ ਖਾਲਸਾ ਜੀ ਵੱਲੋਂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਕਿਤੇ ਆਵੇ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ ਦਿਲ ਤਿਨ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵਿੱਖ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਵੱਲੋਂ ਜੀ ਸਿੱਖਾਂ ਦਾ ਮਾਨੀਵਾ ਮਤ ਉੱਤੇ ਮਤ ਪੱਤ ਦਾ ਰੱਖਾ ਆ ਵਾਹਿਗੁਰੂ ਆਪਣਾ ਨਿਰਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਕਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਮਾਣਿਆਂ ਦੇ ਬਾਣ ਨੇਤਾਣਿਆਂ ਦੇ ਤਾਣ ਉਲਟੀਆਂ ਦੇ ਮੁਕਤੀ ਦਿੱਤਾ ਵਾਹਿਗੁਰੂ ਜੁਗ ਜੁਗ ਟਾਲ ਤਨ ਤਨ ਸਹਸਰੇ
ਅਰਦਾਸ ਬੇਨਤੀ ਹੈ ਸਤਿਗੁਰ ਜੀਓ, ਜਿਹਾਂ ਚਿਰ ਲਿਖਿਆ ਤਿਹਾਂ ਹੁਕਮ ਕਮਾਹੇ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕ ਪੁਰਸਾਰ ਦੇ ਦਰ ਕਰਦੇ ਵਿਦਮਾਨ। ਭਾਈ ਸਾਹਿਬ ਭਾਈ ਸੁਖਵਾਸਨ ਜੀ ਨੂੰ ਜਿਨੇ ਕਾਬਲੇ ਸਮਸਾ ਰੂਪੀ ਪੂੰਜੀ ਦੀ ਦਿੱਤੀ, ਉਸ ਨੂੰ ਪੂਰੀ ਕਰਦਿਆਂ ਹੋਇਆ ਸੰਸਾਰ ਯਾਤਰਾ ਕਰਦਿਆਂ ਹੋਇਆ ਕਿਸੇ ਕੁਦਰਾ ਨੂੰ ਲੈ ਕਰਕੇ ਆਕਾਸ਼ ਗਾਣੇ ਕਰਕੇ ਹਾਂਜੀ ਆਪਣੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਆਪਦੇ ਦਿਲ ਵਿੱਚ ਬਣ ਕੇ ਸ਼ਬਦ ਕੀਰਤਨ ਹੋਇਆ ਨੇ ਜੀ, ਗੁਰਕਥਾ ਕਰਾਉਂਦੇ ਨੇ ਜੀ, ਵਿੱਚ ਬਣ ਕੇ ਸ਼ਬਦ ਕੀਰਤਨ ਕਰਦੇ ਆ, ਗੁਰਕਥਾ ਕਰਾਂ ਕਰਦੇ ਆ, ਦਰ ਕਰਦੇ ਸਵਾਸ ਨਾਲ ਕਰਦੇ ਆ। ਅਨੇਕ ਪ੍ਰਕਾਰ ਦੀਆਂ ਨਾਟਕਾਂ ਹੋ ਗਈਆਂ ਸਤਿਗੁਰੂ ਸਮਾਪ ਕਰਨਾ ਜੀ। ਅੱਗੇ ਵਾਸਤੇ ਸਮਰਪਿਤ ਕਰਨੇ ਜੀ। ਬਾਣੀ ਪੜੀ ਸੁਣੀ ਦਾ ਭਾਵ ਕੀਤੀਆਂ ਵਿਚਾਰਨ ਦਾ ਭਾਵ ਕਰਾਈਆਂ ਸਭਾ ਸੰਤਾਂ ਦੇ ਹਿਰਦੇ ਵਿੱਚ ਵਸਾਉਣ ਦੀ ਕਿਰਪਾ ਕਰਨੇ ਜੀ। ਆਪ ਕੀ ਬਾਰ ਬਖਸ਼ ਬੰਦੇ ਨੂੰ ਮੌਲਾ ਕੌਦਨ ਪੀਰਾ ਦੇ ਮਹਾਂਵਾਕ ਅਨੁਸਾਰ ਦੇ ਵਿਚਾਰੇ ਨੂੰ ਭਾਈ ਸਾਹਿਬ ਭਾਈ ਸੁਖਵਾਸਨ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜੀ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ, ਦੋਸਤਾਂ ਮਿੱਤਰਾਂ ਨੂੰ ਭਾਣਾ ਮੰਦਾ ਤੇ ਬਾਅਦ ਬਖਸ਼ਿਸ਼ ਕਰਨਾ ਜੀ। ਸਮੁੱਚੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਪ੍ਰਯਾਸ ਰੱਖਣਾ ਜੀ। ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਏਕਤਾ ਪਿਆਰ ਸਤਿਪਾਕ ਬਖਸ਼ਿਸ਼ ਕਰਨਾ ਜੀ। ਨਾਮ ਬਣ ਦੇ ਨਾਲ ਜੋੜ ਕੇ ਰੱਖਣਾ ਜੀ। ਨਾਮ ਬਣ ਦੀਆਂ ਦਾਤਾਂ ਦੇ ਕੇ ਦੋਦੇ ਮਨਾਂ ਨੂੰ ਤਰਵਾਸ ਬਖਸ਼ਿਸ਼ ਕਰਨਾ ਜੀ। ਮਨ ਨੂੰ ਟਿਕਾ ਸ਼ਾਂਤੀ ਬਖਸ਼ਿਸ਼ ਕਰਨੀ ਜੀ। ਅਡੋਲਤਾ ਬਖਸ਼ਿਸ਼ ਕਰਨੀ ਜੀ। ਨਾਮ ਪਾਣੀ ਦਾ ਆਸਰਾ ਦੇਣਾ ਜੀ। ਸਿਰ ਤੇ ਆਪਣਾ ਮਿਹਰ ਪ੍ਰਯਾਸ ਰੱਖਣਾ ਜੀ। ਜਿੰਨਾ ਮਾਈ ਭਾਈ ਨੇ ਦੂਰ ਨੇੜੋਂ ਚੱਲ ਕੇ ਸਤਿਗੁਰ ਜੀ ਆਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜੀ। ਸਭ ਦੀਆਂ ਹਾਜ਼ਰੀਆਂ ਕਰ ਪ੍ਰਪਟਾਵਾਂ ਦਰਦੇ ਬੁਲੰਦ ਕਰਨੀਆਂ ਜੀ। ਸਭ ਨੂੰ ਆਪਣੇ ਕਰੋ ਸਿੱਖੀ ਸਿਰ ਭਰੋਸਾ ਨਾਮਦਾਨ ਬਖਸ਼ਣਾ ਜੀ। ਸਮੁੱਚੀਆਂ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਪ੍ਰਯਾਸ ਰੱਖਣਾ ਜੀ। ਗੁਰੂ ਪਰਿਵਾਰ ਵੱਲੋਂ ਆਪਦੇ ਦਿਲ ਵਿੱਚ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕਿਤਾਬ ਸ਼ਾਂਤੀ ਦੇ ਹਾਜ਼ਰਾਂ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਕਿਰਪਾ ਜੀ। ਦਰਗਾਹੀ ਪ੍ਰਮਾਣ ਸੁਣਾ ਕੇ ਸਿੱਖ ਸੰਗਤਾਂ ਨੂੰ ਕਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਰਾਹਿਮਤ ਹੋਵਣ। ਸਹੀ ਪਿਆਰੇ ਮਿਲਤ ਦਾ ਮਿਲਿਆ ਪੁਜੀ ਦਾ ਨਾਮ ਦਿੱਤੇ ਆਵੈ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਸੋਰਠ ਮਹੱਲਾ ਪੰਜਵਾ। ਆਪਣਾ ਗੁਰੂ ਧਿਆਏ ਬਿਲ ਕੁਸਲ ਸੇਤੀ ਘਰ ਆਏ। ਨਾਮੈ ਕੀ ਵਡਿਆਈ ਇਸ ਕੀਮਤ ਕਹਿਣ ਨ ਜਾਈ। ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਕਰ ਆਏ। ਨਾਮੈ ਕੀ ਵਡਿਆਈ ਇਸ ਕੀਮਤ ਕਹਿਣ ਨ ਜਾਈ। ਸੰਤੋ ਹਰ ਹਰ ਹਰਿ ਆਰਾਧ ਹੋ। ਹਰਿ ਆਰਾਧ ਸਭੋ ਕਿਛ ਪਾਈਐ। ਕਾਰਜ ਸਗਲੇ ਸਾਥੋ ਰਹਾਉ। ਪ੍ਰੇਮ ਭਗਤ ਪ੍ਰਭ ਲਾਗੇ ਸੋ ਪਾਏ ਜਿਸ ਵਡ ਭਾਗੇ। ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ।
ਪ੍ਰੇਮ ਭਗਤ ਪ੍ਰਭ ਲਾਗੇ, ਸੋ ਪਾਏ ਜਿਸ ਵਡ ਭਾਗੇ। ਜਨ ਨਾਨਕ ਨਾਮ ਧਿਆਇਆ, ਤਿਨ ਸਰਬ ਸੁਖਾ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਨੇ ਪਹਿਲੋਂ ਵੀ ਕਹਿ ਕੇ ਆਪਾਂ ਕਹਿ ਤਾਂ ਦਿੰਦੇ ਆ ਕਿ ਹੌਸਲਾ ਰੱਖ, ਪਰ ਜਿਸ ਦੇ ਉੱਤੇ ਬੀਤਦੀ ਹੈ, ਜਿਸ ਤਨ ਲੱਗੈ ਸੋਈ ਜਾਣੈ, ਉਹ ਜਾਣੈ ਪੀਰ ਪਰਾਈ। ਪਰ ਉਹਦੇ ਨਾਲ ਇੱਕ ਅਟੱਲ ਸੱਚਾਈ ਵੀ ਹੈ, ਆਪਾਂ ਸਾਰੇ ਜੀਵ ਜਿਹੜੇ ਉਸ ਪਰਮਾਤਮਾ ਦੀ ਖੇਤੀ ਆ। ਜਿਵੇਂ ਇੱਕ ਕਿਸਾਨ ਨੂੰ ਹੱਕ ਹੁੰਦਾ ਹੈ, ਜਿਹੜੀ ਉਹ ਫਸਲ ਬੀਜਦਾ ਉਹਨੂੰ ਚਾਹੇ ਕੱਚੀ ਵੱਢੇ ਚਾਹੇ ਪੱਕੀ ਵੱਢੇ, ਉਹ ਉਹਦਾ ਹੱਕ ਹੈ, ਉਹਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਚੱਲਦਾ। ਪਰ ਜਿਹੜਾ ਜਾਣਾ ਹੁੰਦਾ ਹੈ ਇਨਸਾਨ ਦਾ, ਉਹ ਸਮੇਂ ਸਿਰ ਜਾਣਾ ਹੋਵੇ ਤਾਂ ਮੰਨ ਵੀ ਸਕਦੇ ਆਪਾਂ, ਕੁਝ ਹੌਸਲਾ ਵੀ ਕਰ ਸਕਦੇ ਹਾਂ। ਪਰ ਸਰਦਾਰ ਸੁਖਪਾਲ ਸਿੰਘ ਜੀ ਜਿਹੜੇ ਸਨ, ਕੁਝ ਲੋਕ ਸ਼ਖਸ ਬਣ ਕੇ ਇਸ ਦੁਨੀਆ ਤੇ ਆਉਂਦੇ ਨੇ, ਪਰ ਕੁਝ ਲੋਕ ਸ਼ਖਸੀਅਤ ਬਣ ਕੇ ਆਉਂਦੇ ਨੇ। ਜਿਹੜਾ ਸ਼ਖਸ ਹੈ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਚਲਾ ਜਾਂਦਾ, ਪਰ ਜੋ ਸ਼ਖਸੀਅਤ ਹੁੰਦੀ ਹੈ ਉਹ ਲੋਕਾਂ ਦੇ ਮਨਾਂ ਚੋਂ ਨਹੀਂ ਭੁੱਲੀ ਜਾ ਸਕਦੀ। ਜਿਵੇਂ ਭਾਈ ਜੀ ਨੇ ਪਹਿਲਾਂ ਵੀ ਕਿਹਾ ਕਿ ਇਹ ਯਾਦ ਬਣ ਕੇ ਸਾਡੇ ਦਿਮਾਗ ਦੇ ਵਿੱਚ ਵਸ ਜਾਏਗੀ। ਸਾਡੇ ਜਾਣ ਤੋਂ ਬਾਅਦ ਜਾਂ ਸਾਡੇ ਸੰਸਾਰ ਛੱਡਣ ਤੋਂ ਬਾਅਦ ਤਾਂ ਅਸੀਂ ਭੁੱਲ ਸਕਦੇ ਹਾਂ, ਲੇਕਿਨ ਉਦੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਭੁੱਲਣਾ ਮੁਸ਼ਕਿਲ ਨਹੀਂ, ਨਾਮੁਮਕਿਨ ਵੀ ਹੈ। ਸੋ ਇੱਥੇ ਰਾਜਨੀਤਿਕ ਕਾਫੀ ਲੋਕ ਸਾਰੇ ਆਏ ਨੇ, ਸੋ ਸਰਦਾ ਦੇ ਫੁੱਲ ਭੇਟ ਕਰਨਗੇ। ਬਾਕੀ ਅਗਰ ਕੋਈ ਸੱਜਣ ਰਹਿ ਵੀ ਜਾਂਦਾ ਤਾਂ ਉਹਨਾਂ ਤੋਂ ਮਾਫੀ ਚਾਹੁੰਦਾ। ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਡੇ ਦਰਮਿਆਨ ਜਿਹੜੇ ਇੱਥੇ ਹਾਜ਼ਰੀ ਲਵਾ ਗਏ ਨੇ, ਸਰਦਾਰ ਨਿਰਮਲ ਸਿੰਘ ਜੀ ਹਰਿਆਊ ਸਾਡੇ ਦਰਮਿਆਨ ਪਹੁੰਚੇ ਸੀ, ਸਰਦਾਰ ਮਹਿੰਦਰ ਸਿੰਘ ਲਾਲਵਾ ਵੀ ਪਹੁੰਚੇ ਨੇ, ਸਰਦਾਰ ਜੋਗਾ ਸਿੰਘ ਸਿੱਧੂ ਜੀ ਵੀ ਪਹੁੰਚੇ ਨੇ, ਜੈ ਪ੍ਰਤਾਪ ਡੈਜੀ ਜੀ ਵੀ ਪਹੁੰਚੇ ਨੇ, ਸੁਖਜੀਤ ਸਿੰਘ ਹੈਪੀ ਕਾਲੇਕਾ ਜੀ, ਪ੍ਰੇਮ ਗੁਪਤਾ ਜੀ, ਮੁਖਤਿਆਰ ਸਿੰਘ ਮੁਖਾ ਜੀ ਵੀ ਪਹੁੰਚੇ ਨੇ ਸਾਡੇ ਦਰਮਿਆਨ, ਮੇਜਰ ਸਿੰਘ ਲਾਲਵਾ ਵੀ ਸਾਡੇ ਦਰਮਿਆਨ ਪਹੁੰਚੇ ਨੇ। ਮੈਂ ਸਭ ਦਾ ਧੰਨਵਾਦ ਕਰਦੇ ਹਾਂ। ਬਾਕੀ ਸਾਡੇ ਦਰਮਿਆਨ ਐਮਐਲਏ ਹਲਕਾ ਸਮਾਣਾ ਚੇਤਨ ਸਿੰਘ ਜੀ ਜੋੜਾ ਮਾਜਰਾ, ਜਸਵੀਰ ਸਿੰਘ ਜੀ ਕੁਦਨੀ, ਗੁਰਦੀਪ ਸਿੰਘ ਜੀ ਬੱਗੂਵਾਲ, ਐਸਟੀਐਮ ਪਾਤਰਾ ਨਵਰੀਤ ਕੌਰ ਸ਼ੇਖੋ ਜੀ ਸਾਡੇ ਦਰਮਿਆਨ ਪਹੁੰਚੇ ਨੇ, ਵਰਿੰਦਰ ਗੋਇਲ ਜੀ ਐਮਐਲਏ ਹਲਕਾ ਲਹਿਰਾ ਜੀ ਸਾਡੇ ਦਰਮਿਆਨ ਪਹੁੰਚੇ ਨੇ, ਤੇਜਿੰਦਰ ਮਹਿਤਾ ਜੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਪਹੁੰਚੇ ਨੇ, ਕਰਮਵੀਰ ਟਿਵਾਣਾ ਜੀ ਸਾਡੇ ਦਰਮਿਆਨ ਪਹੁੰਚੇ ਨੇ, ਜੋ ਪਠਾਨ ਮਾਜਰਾ ਜੀ ਨੇ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਜੀ, ਉਹਨਾਂ ਦੇ ਧਰਮ ਪਤਨੀ ਵੀ ਸਾਡੇ ਦਰਮਿਆਨ ਪਹੁੰਚੇ ਨੇ, ਸਾਡੇ ਪਾਤਰਾਂ ਦੇ ਡੀਐਸਪੀ ਸਾਹਿਬ ਵਿਸ਼ਵਾਸ ਸਿੰਘ ਢੀਂਡਸਾ ਜੀ ਸਾਡੇ ਦਰਮਿਆਨ ਪਹੁੰਚੇ ਨੇ, ਨੀਨਾ ਮਿੱਤਲ ਜੀ ਜੋ ਐਮਐਲਏ ਹਲਕਾ ਰਾਜਪੁਰਾ ਨੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਸਾਡੇ ਵਿੱਚ ਰਾਮਲਾਲ ਤਹਿਸੀਲਦਾਰ ਜੀ ਸਾਡੇ ਪਾਤਰਾਂ ਤੋਂ, ਉਹ ਸਾਡੇ ਦਰਮਿਆਨ ਪਹੁੰਚੇ ਨੇ। ਐਕਸ਼ਨ ਸਾਹਿਬ ਪਾਤਰਾਂ ਤੋਂ ਪਹੁੰਚੇ ਨੇ। ਨਵਦੀਪ ਕੁਮਾਰ ਐਸਟੀਐਮ ਪਾਤਰਾ ਜੋ ਹੁਣੇ ਆਪਣੀ ਇੱਥੇ ਪੋਸਟਿੰਗ ਹੋਈ ਹੈ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਅਜੀਤਪਾਲ ਸਿੰਘ ਜੀ ਕੋਹਲੀ ਐਮਐਲਏ ਪਟਿਆਲਾ ਸ਼ਹਿਰੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਇੰਦਰਜੀਤ ਸਿੰਘ ਸੰਧੂ ਜੀ ਜੋ ਲੋਕ ਸਭਾ ਇੰਚਾਰਜ ਨੇ ਉਹ ਸਾਡੇ ਦਰਮਿਆਨ ਪਹੁੰਚੇ ਨੇ। ਮੇਘਚੰਦ ਸ਼ੇਰਮਾਜਰਾ ਜੀ ਸਾਡੇ ਜੋ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਬਾਕੀ ਕੁਝ ਬੁਲਾਰੇ ਨੇ ਜਿਨ੍ਹਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵਿਛੜੀ ਹੋਈ ਰੂਹ ਜੋ ਸੁਖਪਾਲ ਸਿੰਘ ਜੀ ਨੇ ਉਹਨਾਂ ਦੀ ਆਤਮਾ ਵਾਸਤੇ ਸ਼ਾਂਤੀ ਵਾਸਤੇ ਜੋ ਸਰਦਾ ਦੇ ਫੁੱਲ ਭੇਟ ਕਰਨਗੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਕਿ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਹਲਕਾ ਸਮਾਣਾ ਤੋਂ ਆ ਕੇ ਆਪਣੇ ਸੁਖਪਾਲ ਸਿੰਘ ਜੀ ਦੇ ਨਿਮਿਤ ਸਰਦਾ ਦੇ ਫੁੱਲ ਭੇਟ ਕਰਨ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਪਾਲ ਸਿੰਘ ਜੀ ਜੋ ਸਾਨੂੰ ਸਰੀਰ ਵਿੱਚ ਵਰਤ ਦਿੰਦੇ ਹਨ। ਇਹਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਪਰਿਵਾਰ ਨੂੰ, ਕਿਉਂਕਿ ਬੱਚੇ ਬਹੁਤ ਛੋਟੇ ਬੱਚਿਆਂ ਨੇ, ਇੱਕ 12 ਸਾਲ ਦਾ ਬੱਚਾ, ਇੱਕ 15 ਸਾਲ ਦਾ ਬੱਚਾ ਹੈ। ਇੰਨੀ ਛੋਟੀ ਉਮਰ 'ਚ ਪਿਤਾ ਦਾ ਚਲੇ ਜਾਣਾ ਬੱਚਿਆਂ ਵਾਸਤੇ ਸਭ ਤੋਂ ਵੱਡਾ ਸਦਮਾ ਹੁੰਦਾ ਹੈ। ਬਾਕੀ ਬਾਬਾ ਜੀ ਨੇ ਬੜਾ ਸਾਨੂੰ ਦੱਸਿਆ ਕਿ ਅਸੀਂ ਕਹਿ ਦਿੰਦੇ ਹਾਂ ਕਿ ਭਾਣਾ ਮੰਨਣਾ, ਪਰ ਭਾਣਾ ਮੰਨਣਾ ਬਹੁਤ ਔਖਾ ਹੁੰਦਾ ਇਸ ਉਮਰ 'ਚ। ਬਾਕੀ ਜ਼ੋਰ ਕੋਈ ਨਹੀਂ ਹੈ। ਜਿਹੜੀ ਮੌਤ ਹੈ ਉਹਦਾ ਸਮਾਂ ਨਿਸ਼ਚਿਤ ਹੈ, ਜਗ੍ਹਾ ਨਿਸ਼ਚਿਤ ਹੈ। ਮੈਨੂੰ ਜਿਸ ਦਿਨ ਇਹ ਹਾਦਸਾ ਹੋਇਆ ਅੱਗੇ ਕਰ ਦਿਓ, ਉਸ ਦਿਨ ਦਿੱਲੀ ਤੋਂ ਦਵਾਈ ਲੈ ਕੇ ਸੁਖਪਾਲ ਸਿੰਘ ਜੀ ਆਏ ਸੀ।
थोड़ी बहुती पहला जी परेशानी सी, पर ये नहीं सी पता कि ये भाणा वापर जाना। सवेरे जो 7 बजे मैंने पता लग्या, गए उत्थे पर उदों जिहड़े वो अपने स्वासां की पूजी आ सारी तैयार चुके सी। सो भाणा मन के सारा कुछ ये ही सारा कुछ है। सो मैं अपने वालों गुरु चरणों से बेनती करता, बाबा जी ने कहा भी सी कि ये ना कहो कि अपने चरणों से निवास बख्शो। मैं सच्चे पातशाह की बेनती करना कि सरदार सुखपाल सिंह जी दोबारा फिर से इस दुनिया के आउन, जोड़े उन्होंने रहते काम ने उन्होंने वो पूरे करन। सो साढ़े भैन जी MLA राजपुरा नीना मित्तल जी, उन्होंने वालों भी हाजिरी लवाना, उन्होंने कहा कि मेरे वालों भी हाजिरी लवा दो। सो हरमीत पठान वाला जी आ रही थी, उन्होंने वालों भी मैं अपनी हाजिरी लवाना। उन्होंने घर पत्र पहुँचन तो सच्चे पातशाह के चरणों की बेनती जो रही है, सच्चे पातशाह साढ़े भरा सुखपाल सिंह को इस दुनिया के दोबारे जन्म दिन और पिछे जो परिवार है उन्होंने भाणा मनन बख्शन। वाहिगुरू जी का खालसा वाहिगुरू। इस तो बाद जी अजीतपाल सिंह जी कोहली पटियाला शैली तो जो MLA साहब ने साढ़े विधायक ने वो सरदा के कोल भेंट करेंगे जी। सरदार अजीतपाल सिंह जी कोहली जी। जुगो जुग अटल धन धन साहब श्री गुरु ग्रंथ साहब महाराज की पावन पवित्र हजूरी में जुड़ बैठी साध संगत जो वाहिगुरू जी का खालसा वाहिगुरू जी की फतेह। अज असी सारे साढ़े छोटे वीर सरदार सुखपाल सिंह जी की अंतिम अरदास के जुड़ बैठे हाँ। रागी सिंह ने विरागमय कीर्तन करके, भक्त सिंह ने गुरु महाराज के चरणों के अरदास की है कि परवरदिगार इस पिछड़ी रूह आवाम के चक्कर को मुक्त करो, परिवार को भाणा बल भाणा मनना कहना बहुत सौखा है, तो मनना उन्ना ही औखा हो जाता है। खास करके उदों जदों भरी जवानी दे विच अपने परिवार के हरी भरी फुलवाड़ी दे विच 2 छोटे न्याणे, साडी छोटी भैन कुलवंत, ऐसे परिवार का मोदी 35 साल की उम्र के जो विछोड़ा दे जाता है तो भाणा मनना बहुत औखा। जिन्हां बच्चों अपने मोढे ते चढ़ा के उन्हों का बचपन खिडाया होवे, जे वो बच्चे तो उन्ने भी नहीं होए कि अपने पिता की डेड बॉडी को मोढा दे सके। ये असह या कह जिहड़ा घाटा है और सिर्फ इस परिवार का ही नहीं, साडे वीर कुलवंत सिंह बाजीगर के परिवार का ही, सारे समुचे इलाके का है, समुचे सोसाइटी का है। बाणी का दृष्टांत है, दरियावे कन्ने बगला बैठा खेल करे, खेल करेंदे हंजनू अचिंते बाज पे उस रब दे खेलां विसरियां, जो मन जितना चेते सन सो गाली रब की। पर फिर मुड़ के जिहड़ा है और कोई विकल्प नहीं बचता, उस परवरदिगार दे भाणे नूं मनना ही जिहड़ा है उसका आदेश रह जाता है। मैं अपने वालों अपने छोटे परिवार, छोटे वीर सरदार सुखपाल सिंह जी के अंतिम अरदास के उन्होंने परिवार को अपने वालों श्रद्धा के फुल भेंट करता हाँ। गुरु महाराज के चरणों से बेनती जोदरी अरदास करता हाँ कि परवरदिगार पिछड़ी रूह आप पाउन के चक्कर को मुक्त करके अपने चरणों निवास बख्शे। वाहिगुरू जी का खालसा वाहिगुरू जी की फतेह।
बहुत बहुत धन्यवाद गोली साहब। कुछ सुख संदेश आए ने जोड़े ट्रक यूनियन पात्रा वालों, मुनीम यूनियन पात्रा, अनाज मंडी पात्रा, बहुजन समाजवादी पार्टी हल्का सताना, सीमेंट आयरन एसोसिएशन पात्रा घग्गा, मीडिया क्लब पात्रा, प्रेस क्लब घग्गा, मीरी पीरी स्पोर्ट्स क्लब देदरा, कीर्ति किसान यूनियन देदरा बामन माजरा, एग्रो इंपोर्ट्स डीलर एसोसिएशन पात्रा, श्री विश्वकर्मा ब्लड डोनर्स क्लब पात्रा, व्यापार मंडल पात्रा सोनी जरूर जी वालों आया जी, भारतीय जनता पार्टी हल्का सतराना वालों आया शोक संदेश आया, सब्जी मंडी पात्रा आरती एसोसिएशन सब्जी मंडी पात्रा वालों भी शोक संदेश आया। इन्होंने सब का धन्यवाद करते हैं जी। तो जो प्रिंसीपल अमरजीत सिंह जी ने सरकारी कीर्ति कॉलेज नियाल उन्होंने भी इतने आने पर धन्यवाद करते हैं जी। सो मैं हम बेनती कराँगा श्री वीरेंद्र गोयल जी MLA हल्का लहरा को, श्री वीरेंद्र गोयल जी आके श्रद्धा के फुल भेंट करेंगे जी। श्री वीरेंद्र गोयल सतगुरां दी पावन ते पवित्र हजूरी विच बैठी गुरु रूप साध संगत जी वाहिगुरू जी का खालसा वाहिगुरू जी की फतेह। बहुत ही दुखी हिरदे ते भरे मन दे नाल आपां सारे दिवंगत आत्मा सुखपाल सिंह जी नूं शरधा दे फुल भेंट करन दे लई ਅਤੇ ਦੋਹਾਂ ਪਰਿਵਾਰਾਂ ਸੁਖਪਾਲ ਸਿੰਘ ਦਾ ਪਰਿਵਾਰ, ਸਰਦਾਰ ਕੁਲਵੰਤ ਸਿੰਘ ਜੀ ਸਾਡੇ ਸਾਥੀ MLA ਸਾਹਿਬ, ਦੋਹਾਂ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਦੇ ਲਈ ਇੱਥੇ ਇਕੱਠੇ ਹੋਏ। ਬਹੁਤ ਵੱਡੇ ਦੁੱਖ ਦੀ ਘੜੀ ਹੈ। ਮੈਂ ਕਹਿ ਸਕਦਾ ਕਿ ਇਸ ਦੁੱਖ ਦਾ शब्दों के विच वर्णन करना बहुत औखा है। हम किहड़े शब्द ने जिहड़े दिलासा दे सकन वो साडी धी नूं जिहड़ी भर जवानी दे विच विधवा हो गई, किहड़े शब्द ने उन्हां बच्चों नूं दिलासा दे सकन जिहड़े बच्चे अज पिता के साए तो वांझे हो गए, जिहड़े शब्द ने जिहड़े उस मां नूं दिलासा दे सकन पति का साया पहले सिर तो उठिया ते अज नौजवान पुत का साया, पुत का बुढ़ापे का सहारा तो उठ गया। सो कोई शब्द सर कुलवंत सिंह होरां ते पिछे बड़ी मार पई, इन्हां दे फुੱਫੜ का देहांत होया, उन्हां दी भी कोई उम्र नहीं सी जाती। सो अज एडा बड़ा पहाड़ जो टुटिया है, इस दुख का वर्णन करना बहुत औखा। सो एक दुख बेशक आप सारे इस चीज़ के धारनी हाँ कि तेरा भाना मीठा लग, पर अजिहे भाने कदे मिठे करके नहीं मने जाते, जोर कोई चलता नहीं। क्योंकि मैंने तो आप ही दुख लगे है, मेरा 24.5 साल का पुत्र जो इस दुनिया तो गया, तो असी महसूस कर सकते हैं कि दुख कितना बड़ा है। दुनिया के जिन्ने दुख ने वो समा पा के घट जाते हैं, पर यह दुख अजिहे दुख ने ज्यों ज्यों समा पैंदा दुख बढ़ता जाता, कदे दुख घटता नहीं। किसी ने ठीक कहा कि ये दुख हड्डां दे नाल ही जाते। सो वाहिगुरू की मर्जी है, किया कुछ नहीं जा सकता। जिस तरह उन्हें इस संसार से भेजा वही असीं पूरी करके जाना है। सो मैं उन्होंने शरधा के फुल भेंट करना, वाहिगुरू की अरदास करना सच्चे पातशाह दोहां परिवारों इस अतः अते सह सदमे नूं बर्दाश्त करने की शक्ति बख्शे। वाहिगुरू जी का खालसा, श्री वाहिगुरू जी की मैं बेनती कराँगा सरदार जसवीर सिंह जी कुजनी वो आपके 2 मिनट वास्ते अपने सरदार को भेंट करें।
ਸੁਬਹ ਗੁਰਦਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਪਤਨੀ ਸੰਤ ਪਾਉ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਜੇ ਹਾ ਤੇਰੀ ਲਿਖਿਆ ਤੇ ਆ ਮਾਏ ਕੱਲੇ ਆਵੇ ਨਾਨਕਾ ਸਭੀ ਕੀਰਤਨ। ਅੱਜ ਅੰਤਮ ਅਰਦਾਸ ਦੇ ਵਿੱਚ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਸੁਖਪਾਲ ਸਿੰਘ ਸਾਡੇ ਵਿੱਚ ਨਹੀਂ ਰਹੇ, ਪਰ ਸਾਡੇ ਵੀਰ ਐਮਐਲਏ ਕੁਲਵੰਤ ਸਿੰਘ ਜੀ, ਅਸੀਂ ਜਦੋਂ ਅਫਸੋਸ ਕਰਨ ਗਏ ਹਾਂ, ਘਰੇ ਬੈਠੇ ਸੀਗੇ, ਉਸ ਟਾਈਮ ਅਸੀਂ ਘੰਟੇ ਤੋਂ ਘੰਟੇ ਬੈਠੇ, ਬੜੀਆਂ ਕੁਲਵੰਤ ਜੀ ਨੇ ਉਹਨਾਂ ਬਾਰੇ ਗੱਲਾਂ ਦੱਸੀਆਂ ਕਿ ਇਹਨਾਂ ਦੀ ਸਾਡੀ ਛੋਟੀ ਭੈਣ ਉਹ ਮਿੱਠੀ ਮਿੱਠੀ ਲੜਾਈ ਕਰਦੀ ਹੁੰਦੀ ਸੀ, ਕਿਉਂਕਿ ਇੱਕ ਜਵਾਈ ਦੇ ਨਾਲ ਇੰਨਾ ਪਿਆਰ ਹੋਣਾ, ਜੋ ਵੀ ਗੱਲਬਾਤ ਫੋਨ ਤੇ ਕਰਨੀ ਤਾਂ ਜਵਾਈ ਨਾਲ ਹੀ ਕਰਨੀ। ਕੁਲਵੰਤ ਬਾਈ ਗੱਲ ਰੋਈ ਜਾਵੇ, ਅੱਖਾਂ 'ਚ ਪਾਣੀ ਆਈ ਜਾਵੇ, ਉਸ ਟਾਈਮ ਮੌਕੇ ਤੇ ਕੁਲਵੰਤ ਇਹ ਵੀ ਕਹਿਣ ਲੱਗਾ ਮੇਰਾ ਭੈਣ ਦਾ ਘਰ ਉਜੜ ਗਿਆ, ਅੱਜ ਮੇਰੇ ਸੁੱਖ ਦੇ ਸਾਹ ਆਏ ਸੀਗੇ, ਅੱਜ ਇਹ ਬਹੁਤ ਵੱਡੀ ਘਾਟ ਮੇਰੇ ਪਰਿਵਾਰ ਵਾਸਤੇ ਹੈ। ਪਰ ਅੱਜ ਜਿਹੜੀ ਇਹ ਘਾਟ ਪੈਦਾ ਹੋਈ ਹੈ ਪਰਿਵਾਰ ਦੇ ਵਿੱਚ, ਜਿਵੇਂ ਬੱਚਿਆਂ ਨੂੰ ਮਾਂ-ਬਾਪ ਦੇ ਪਿਆਰ ਦੀ ਲੋੜ ਹੈ, ਬਜ਼ੁਰਗਾਂ ਨੂੰ ਆਪਣੇ ਪੁੱਤ ਦੀ ਲੋੜ ਹੈ, ਜਿਹੜੀਆਂ ਮਾਂ-ਪਿਓ ਦੀ ਆਸਾਂ ਹੁੰਦੀਆਂ ਨੇ, ਜਿਵੇਂ ਕਿ ਇਨਸਾਨ ਨੂੰ ਇੱਕ ਸਵਾਸਾਂ ਦੀ ਲੋੜ ਹੁੰਦੀ ਹੈ, ਅੱਜ ਉਹ ਸਾਡਾ ਵੀਰ ਸੁਖਪਾਲ ਸਿੰਘ ਸਾਡੇ ਵਿੱਚ ਨਹੀਂ ਰਿਹਾ। ਬੜਾ ਮਿਹਨਤੀ ਤੇ ਅੰਤ ਤੱਕ ਇਲੈਕਸ਼ਨ ਦੇ ਵਿੱਚ ਬੜਾ ਅੰਤ ਤੱਕ ਕੇ ਕੰਮ ਕਰਿਆ, ਬੜੇ ਦਿਨ ਰਾਤ ਕਰਕੇ ਆਪਣਾ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਿਆ, ਪਰ ਅੱਜ ਉਹ ਘਾਟ ਸਾਡੇ ਵਿੱਚ ਬਹੁਤ ਵੱਡੀ ਘਾਟ ਹੈ। ਇਹ ਸਦਾ ਲਈ ਮਹਿਸੂਸ ਹੁੰਦੀ ਰਹੂਗੀ। ਕਾਰਨ ਕੀ ਹੈ ਅਟੈਕ ਹੋਣਾ? ਅੱਜ ਆਪਾਂ ਬਿਲਕੁਲ ਨਹੀਂ ਸੋਚਦੇ ਵੀ ਇਸ ਉਮਰ ਦੇ ਵਿੱਚ ਅਟੈਕ ਕਿਉਂ ਹੋਣ ਲੱਗੇ। ਆਪਣੀਆਂ ਫਸਲਾਂ ਦੇ ਵਿੱਚ ਯੂਰੀਆ, DAP, ਸਬਜ਼ੀਆਂ ਤੇ ਸਪਰੇਅ ਇੰਨੀ ਕਰਦੀ ਕਿ ਆਪਾਂ ਬੜੀ ਲਿਮਟ ਤੋਂ ਅੱਗੇ ਵੱਧ ਚੁੱਕੇ ਹਾਂ। ਪਾਣੀ ਗੰਧਲਾ ਕਰਤਾ। ਅੱਜ ਸਾਡੇ ਮਾਨਯੋਗ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੰਗ ਚੱਕੀ ਹੈ ਕਿ ਆਪਣਾ ਪਾਣੀ ਬਚਾ ਲਓ, ਆਪਣਾ ਪਾਣੀ ਬਚਾ ਲਓ। ਝੋਨਾ ਡਰਿੱਲ ਨਾਲ ਵੀ ਚਲੋ ਅਸੀਂ 1500 ਰੁਪਏ ਏਕੜ ਕਿੱਲਾ ਪ੍ਰਤੀ ਦੇਵਾਂਗੇ, ਪਰ ਇਸ ਪਾਸੇ ਆਪਣੀ ਇੱਕ ਵੀ ਸਰਕਾਰ ਨੇ ਗੌਰ ਨਹੀਂ ਕੀਤੀ। ਜੋ ਸਾਡੇ ਅੱਜ ਮਾਨਯੋਗ ਭਗਵੰਤ ਮਾਨ ਜੀ ਨੇ ਇਸ ਵਿਸ਼ੇ ਤੇ ਗੌਰ ਕੀਤੀ ਹੈ, ਕਿਉਂਕਿ ਜਿਵੇਂ ਰਾਗੀ ਸਾਹਿਬ ਦੱਸਦੇ ਗਏ ਸੀਗੇ, ਦੂਜੀਆਂ ਸਰਕਾਰਾਂ ਨੇ ਸਾਰਾ ਸਿਸਟਮ ਗੰਧਲਾ ਕਰਕੇ ਰੱਖਤਾ, ਉਸ ਨੂੰ ਸੁਧਾਰਨ ਵਾਸਤੇ ਵੀ ਟਾਈਮ ਲੱਗਣਾ ਹੈ। ਆਪਾਂ ਥੋੜੀ ਕਾਹਲੀ ਕਰਦੇ ਹਾਂ, ਕਾਹਲੀ ਦਾ ਕੰਮ ਨਹੀਂ, ਪੰਜਾਬ ਨੂੰ ਸਵਾਰਨ ਵਾਸਤੇ ਬਹੁਤ ਲੰਬਾ ਟਾਈਮ ਲੱਗਣਾ ਹੈ। ਅੱਜ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੀ ਸੰਗਤ ਜਿਹੜੀ ਇੱਥੇ ਦੁੱਖ ਵਧਾਉਣ ਆਈ ਹੈ, ਉਹਨਾਂ ਦਾ ਵੀ ਧੰਨਵਾਦ ਕਰਦਾ, ਔਰ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਜਿਵੇਂ ਰਾਗੀ ਸਾਹਿਬ ਕਹਿ ਕੇ ਗਏ ਹੈ ਕਿ ਸਾਡੇ ਸੁਖਪਾਲ ਨੂੰ ਪਰਿਵਾਰ ਦੇ ਵਿੱਚ ਬਾਰ-ਬਾਰ ਜਨਮ ਨਹੀਂ, ਕਿ ਉਹ ਆਉਣ ਵਾਲੀਆਂ ਜੋ ਘਾਟਾਂ ਨੇ ਉਹ ਪੂਰੀਆਂ ਕਰ ਸਕੇ। ਔਰ ਮੈਂ ਸਾਰੀ ਸੰਗਤ ਵਿੱਚ ਇਹੀ ਬੇਨਤੀ ਕਰਦਾ ਕਿ ਕੋਈ ਗਲਤੀ ਸ਼ਬਦ ਬੋਲਾਂਗੇ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕੁਝ ਸ਼ੋਕ ਸੰਦੇਸ਼ ਹੋ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਪਾਤੜਾ ਇਕਾਈ ਵੱਲੋਂ ਹੈ, ਆੜਤੀ ਐਸੋਸੀਏਸ਼ਨ ਪਾਤੜਾ, ਕਾਰ ਬਾਜ਼ਾਰ ਐਸੋਸੀਏਸ਼ਨ ਪਾਤੜਾ, PRTC ਵਰਕਰ ਯੂਨੀਅਨ, ਆਜ਼ਾਦ ਪੰਜਾਬ ਪੈਸਟੀਸਾਈਡ ਯੂਨੀਅਨ ਕੱਗਾ, ਰਾਈਸ ਮਿਲਜ਼ ਐਸੋਸੀਏਸ਼ਨ ਪਾਤੜਾ, ਤੇ ਜਿਹੜਾ ਇੱਥੇ ਸ਼ੋਕ ਸੰਦੇਸ਼ ਭੇਜਿਆ ਜੱਸੀ ਸੋਈਆਂ ਵਾਲਾ ਜੀ, ਸੁਖਵੀਰ ਸਿੰਘ ਸੰਧੂ ਜੀ, ਗੌਰਵ ਬਖਸ਼ੀ ਜੀ ਜਿਹੜੇ ਆਪਣਾ ਪ੍ਰਧਾਨ ਆਪ ਹਰਿਆਣਾ ਯੂਥ ਵਿੰਗ ਦੇ ਨੇ ਜੀ, ਤੇ ਪੁਨੀਤ ਚੈਨ SHO ਸਾਹਿਬ ਵੀ ਇੱਥੇ ਆਏ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਸਰਦਾਰ ਬਲਬੀਰ ਸਿੰਘ ਜੋ UK ਵਾਲੇ ਨੇ, ਉਹਨਾਂ ਦੇ ਮਾਤਾ ਜੀ ਇੱਥੇ ਆਏ ਨੇ, ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸੋ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਕਰਮਵੀਰ ਸਿੰਘ ਜੀ ਟਿਵਾਣਾ, ਉਹ 2 ਮਿੰਟ ਵਾਸਤੇ ਆਪਣੇ ਸਰਦਾ ਦੇ ਹੋਰ ਵੇਟ ਕਰਨਗੇ।
ਸ਼ਬਦ ਗੁਰੂ ਬਾਣੀ ਦੇ ਬੋਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਇਸ ਦੁੱਖ ਦੀ ਘੜੀ ਵਿੱਚ ਸਰਦਾਰ ਕੁਲਵੰਤ ਸਿੰਘ MLA ਸ਼ਤਰਾਣਾ ਤੇ ਸਾਡੀ ਭੈਣ ਨਾਲ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸਮੁੱਚੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁਖਦਾਈ ਘੜੀ ਹੈ ਪਰਿਵਾਰ ਤੇ। ਬੋਲਣ ਵਾਲੇ ਮੇਰੇ ਤੋਂ ਸਾਰੇ ਸੀਨੀਅਰ ਸੱਜਣਾ ਨੇ ਇਹ ਗੱਲਾਂ ਕੀਤੀਆਂ ਨੇ। ਉਦਰੀ ਸਾਹਿਬ ਗੱਲ ਕਰਕੇ ਗਏ ਨੇ, ਮੈਂ ਇਸ ਲਈ ਟਾਈਮ ਲਿਆ ਸੈਕਟਰੀ ਸਾਹਿਬ ਤੋਂ ਕਿ ਮੈਂ ਵੀ ਦੋ ਗੱਲਾਂ ਬੋਲਣੀਆਂ ਚਾਹੁੰਦਾ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅੱਜ ਇਸ ਸਮੇਂ ਤੇ ਤਾਂ ਗੱਲ ਕਰਨੀ ਪਈ ਕਿ ਅਸੀਂ ਅਵੇਸਲੇ ਹੋ ਕੇ ਗੁਰੂ ਨੇ ਜੋ ਗੱਲਾਂ ਕਹੀਆਂ ਸੀ ਉਹਨਾਂ ਤੋਂ ਅਸੀਂ ਮੁੱਖ ਮੋੜਦੇ ਹਾਂ। ਕਿਹਾ ਇਸ ਕਰਕੇ ਸੀ ਕਿ ਅਸੀਂ ਗੁਰੂ ਵਰਗਾ, ਮਾਂ ਵਰਗਾ, ਪਿਤਾ ਵਰਗਾ ਦਰਜਾ ਦਈਏ ਇਹਨਾਂ ਚੀਜ਼ਾਂ ਨੂੰ। ਦੂਰ ਅੰਦੇਸ਼ ਸੀਗੇ, ਜੋ ਗੱਲਾਂ 500 ਸਾਲ ਪਹਿਲਾਂ ਕਹੀਆਂ ਸੀ ਉਹ ਅੱਜ ਵੀ ਸੱਚ ਨੇ। ਸੋ ਇਹ ਚੀਜ਼ਾਂ ਨੂੰ ਅਸੀਂ ਸੰਭਾਲ ਨਹੀਂ ਸਕੇ। ਸਾਡੇ ਕੋਲ ਏਡੀ ਵੱਡੀ ਧਰੋਹਰ ਹੋਣ ਦੇ ਬਾਵਜੂਦ ਨਹੀਂ ਅਸੀਂ ਸੰਭਾਲ ਸਕੇ। ਅਸੀਂ ਗੁਰੂ ਨੂੰ ਮੰਨਦੇ ਹਾਂ ਪਰ ਉਹਦੀ ਗੱਲ ਨੂੰ ਨਹੀਂ ਮੰਨਦੇ। ਇਸ ਕਰਕੇ ਅਸੀਂ ਅੱਜ ਇੱਥੇ ਬਹੁਤ ਹੀ ਦੁੱਖ ਦੀ ਘੜੀ ਵਿੱਚ ਬੈਠੇ ਹਾਂ ਤੇ ਸਾਡਾ ਭਰਾ ਸਾਡੇ ਤੋਂ ਚਲਾ ਗਿਆ। ਜੇ ਚਾਹੁੰਦੇ ਹੋ ਇਹੋ ਜਿਹੇ ਸਮਿਆਂ ਤੇ ਇਕੱਠੇ ਨਾ ਹੋਈਏ ਤਾਂ ਆਪਣੇ ਵੱਲੋਂ ਆਪਣੇ ਹਰ ਪਰਿਵਾਰ ਦੇ ਮੈਂਬਰ ਦੇ ਨਾਂ ਤੇ ਇੱਕ ਰੁੱਖ ਜ਼ਰੂਰ ਲਾਓ, ਪਾਣੀ ਬਚਾਓ। ਉਪਰਾਲਾ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ, ਜਿਨ੍ਹਾਂ ਦੀ ਮੈਂ ਜਦੋਂ ਤੋਂ ਉਹਨਾਂ ਨੂੰ ਸੁਣਦਾ ਆ ਰਿਹਾ 17-18 ਸਾਲ ਦੇ ਸੀ, ਉਦੋਂ ਤੋਂ ਉਹਨਾਂ ਦੀ ਸੋਚ ਬੜੀ ਵੱਡੀ ਹੈ, ਪੂਰੇ ਸਮਾਜ ਨੂੰ ਜਗਾਉਂਦੇ ਆ ਰਹੇ ਨੇ। ਪਰ ਕੁਝ ਤਾਕਤਾਂ ਪਿੱਛੋਂ ਗੱਲ ਉਛਾਲ ਦਿੰਦੀਆਂ ਨੇ। ਇਹ ਬੜਾ ਵਧੀਆ ਉਪਰਾਲਾ ਉਹਨਾਂ ਦਾ ਪਾਣੀ ਬਚਾਉਣ ਦਾ, ਕਿਉਂਕਿ 17 ਸਾਲ ਦਾ ਹੀ ਪਾਣੀ ਰਹਿ ਗਿਆ ਸਾਡੇ ਕੋਲ। ਇਹ ਲੈਕਚਰ ਕਰਨ ਦਾ ਸਮਾਂ ਨਹੀਂ, ਪਰ ਮੈਂ ਸਾਡੀ ਭੈਣ ਨੂੰ ਜੋ ਸਾਡੇ ਛੋਟੇ ਬੱਚਿਆਂ ਨੂੰ ਕਹਿਣਾ ਚਾਹੁੰਦਾ, ਪਿਤਾ ਦੀ ਘਾਟ ਤਾਂ ਨਹੀਂ ਕੋਈ ਵੀ ਪੂਰੀ ਕਰ ਸਕਦਾ, ਪਰ ਆਪਣੇ ਇਤਿਹਾਸ ਨੂੰ ਜ਼ਰੂਰ ਪੜ੍ਹਿਓ। ਸਾਡਾ ਇੱਕੋ ਇੱਕ ਮਹਾਰਾਜਾ ਰਣਜੀਤ ਸਿੰਘ, ਜਿਹਦੇ ਪਿਤਾ ਦੀ ਛੋਟੀ ਉਮਰ ਦੇ ਵਿੱਚ ਮੌਤ ਹੋ ਗਈ ਸੀ। ਮੈਂ ਸਮਝਦਾ ਦੁਨੀਆ ਦਾ ਵਿਲੱਖਣ ਰਾਜ ਉਹਨੇ ਦਿੱਤਾ, ਜਿਹਦੇ 'ਚ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਦੇਣ ਦੀ ਲੋੜ ਨਹੀਂ ਪਈ। ਜਿਹੜਾ ਅੱਜ ਮਾਹੌਲ ਸਾਡੇ ਦੇਸ਼ ਦਾ ਖਾਸ ਕਰ ਬਣਿਆ ਹੋਇਆ ਹੈ, ਐਵੇਂ ਦੀ ਕੋਈ ਵੀ ਘਟਨਾ ਉਸ ਰਾਜ ਦੇ ਵਿੱਚ 50 ਸਾਲ ਦੇ ਰਾਜ 'ਚ ਕਦੇ ਵੀ ਨਹੀਂ ਸੀ ਹੋਈ। ਉਹਦੇ ਪਿਤਾ ਦੀ ਮੌਤ ਵੀ ਬੜੀ ਛੋਟੀ ਉਮਰ 'ਚ ਹੋ ਗਈ ਸੀ। ਜੇ ਮੈਂ ਸਾਡੇ ਦੁਸ਼ਮਣ ਦੀ ਗੱਲ ਕਰਾਂ, ਅਹਿਮਦ ਸ਼ਾਹ ਅਬਦਾਲੀ, ਜਿਹੜਾ ਏਸ਼ੀਆ ਦਾ ਜੇਤੂ ਜਰਨੈਲ ਸੀ, ਬੇਸ਼ੱਕ ਸਾਡਾ ਫੌਜੀ ਸੀ, ਉਹਦੇ ਪਿਤਾ ਦੀ ਮੌਤ ਵੀ ਛੋਟੀ ਉਮਰ ਦੇ ਵਿੱਚ ਹੋ ਗਈ ਸੀ। ਸੋ ਮੇਰੀ ਭੈਣੇ, ਬੇਸ਼ੱਕ ਅੱਜ ਬਹੁਤ ਵੱਡਾ ਦੁੱਖ ਹੈ, ਇਹਨੂੰ ਪੂਰਾ ਤਾਂ ਅਸੀਂ ਨਹੀਂ ਕਰ ਸਕਦਾ ਕੋਈ ਵੀ, ਪਰ ਤੁਸੀਂ ਹੌਸਲੇ ਨਾਲ ਇਸ ਜ਼ਿੰਦਗੀ ਦੀ ਲੜਾਈ ਨੂੰ ਲੜਿਓ ਤੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦੇ ਕੇ ਸਾਡਾ ਭਰਾ ਕੁਲਵੰਤ ਸਿੰਘ, ਜੋ ਕਿ ਬਹੁਤ ਹੀ ਨਿਮਾਣਾ ਹੋ ਕੇ ਵਿਚਰਦਾ ਹੈ। ਸੋ ਮੈਂ ਸ਼ਬਦਾਂ ਨਾਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਤੇ ਜੋ ਸਾਡਾ ਸਿਧਾਂਤ ਹੈ ਗੁਰੂ ਦਾ, ਸਾਨੂੰ ਗੁਰੂ ਨੇ ਕਿਹਾ ਕਿ ਜਨਮ ਤੁਹਾਨੂੰ ਮਿਲਿਆ, ਇਹਦੇ ਵਿੱਚ ਤੁਸੀਂ ਆਪਣੇ 84 ਕੱਟ ਸਕਦੇ ਹੋ, ਆਵਾਗਮਨ ਦੇ ਚੱਕਰ ਤੋਂ ਬਚ ਸਕਦੇ ਆ। ਸੋ ਪ੍ਰਮਾਤਮਾ ਕਿਰਪਾ ਕਰੇ, ਸਾਡੇ ਵੀਰ ਨੂੰ ਇਸ ਆਵਾਗਮਨ ਦੇ ਚੱਕਰ ਤੋਂ ਬਚਾਵੇ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਸਾਡੇ ਦਰਮਿਆਨ ਪਰਵਿੰਦਰ ਸਿੰਘ ਝਾੜਵਾ ਜੀ ਪਹੁੰਚੇ ਨੇ, ਅੰਗਰੇਜ਼ ਸਿੰਘ ਖੇੜੀ ਪਹੁੰਚੇ ਨੇ, ਲਾਲ ਸਿੰਘ ਸਿੰਘਲਾ ਤਹਿਸੀਲਦਾਰ ਨੰਗਲ ਪਹੁੰਚੇ ਨੇ ਤੇ ਦਲਬੀਰ ਸਿੰਘ ਯੂਕੇ ਦੇ ਜੋ ਮਾਤਾ ਜੀ ਨੇ ਜਸਵੰਤ ਕੌਰ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਅਸੀਂ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ। ਬਾਕੀ ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜੋ ਛੋਟੇ ਭੈਣ ਮਨਪ੍ਰੀਤ ਕੌਰ ਜੀ ਨੇ, ਉਹ ਸਟੇਜ ਤੇ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਜੀ। एक मिनट निकलते थोड़ा साइड में।
ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਜਿਵੇਂ ਸਾਰੇ ਵੀਰਾਂ ਨੇ ਬੋਲੇ, ਅੱਜ ਦੀ ਜਿਹੜੀ ਇਹ ਘੜੀ ਹੈ ਬਹੁਤ ਦੁਖਦਾਈ ਹੈ। ਜਿੰਨੇ ਵੀ ਤੁਸੀਂ ਇੱਥੇ ਕਦਮ ਚੱਲ ਕੇ ਆਏ ਹੋ, ਸਾਰੇ ਗੁਰਬੰਤ ਬਾਈ ਜੀ ਦੇ ਪਰਿਵਾਰ ਨਾਲ ਜਿਹੜੇ ਖੜੇ ਹੋ, ਇਹ ਬਹੁਤ ਉਹਨਾਂ ਲਈ ਇੱਕ ਤਸੱਲੀ ਵਾਲੀ ਗੱਲ ਹੁੰਦੀ ਹੈ ਜਦੋਂ ਆਪਾਂ ਕਿਸੇ ਦੇ ਦੁੱਖ 'ਚ ਜਾਂਦੇ ਹਾਂ। ਸਿਆਣਿਆਂ ਨੇ ਕਿਹਾ ਦੁੱਖ ਵੰਡਾਏ ਤੋਂ ਅੱਧਾ ਰਹਿ ਜਾਂਦਾ ਹੈ। ਸੋ ਆਪਾਂ ਨੇ ਇਹ ਅੱਜ ਦੀ ਜਿਹੜੀ ਘੜੀ ਹੈ ਸਾਡੀ ਭੈਣ ਲਈ, ਬੱਚਿਆਂ ਲਈ, ਪਰਿਵਾਰ ਲਈ ਬਹੁਤ ਦੁਖਦਾਈ ਹੈ। ਪਰ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਵੀ ਜੀ ਇੱਥੇ ਆਇਆ ਹੈ ਉਹਨੇ ਜਾਣਾ ਜ਼ਰੂਰ ਹੈ। ਪਰ ਜਿਹੜਾ ਐਡਾ ਵੱਡਾ ਘਾਟਾ ਪਰਿਵਾਰ ਨੂੰ ਪਿਆ, ਕਿਉਂਕਿ ਬਹੁਤ ਛੋਟੀ ਉਮਰ ਸੀ, ਹਲੇ ਬਹੁਤ ਜ਼ਿੰਮੇਵਾਰੀਆਂ ਨਿਭਾਉਣੀਆਂ ਸੀ ਭਰਾ ਨੇ, ਹਲੇ ਬੱਚਿਆਂ ਲਈ ਬਹੁਤ ਕੁਝ ਜਿਹੜੀਆਂ ਸੋਚਿਆ ਹੋਊਗਾ। ਪਰ ਇਹ ਜਿਹੜੀ ਤੁਹਾਡੀ ਅੱਜ ਹਾਜ਼ਰੀ ਹੈ, ਇਹ ਇਹੀ ਦਿਖਾਉਂਦੀ ਹੈ ਕਿ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਹਾਂ। ਤੇ ਇਹ ਕੁਲਵੰਤ ਬਾਈ ਦੀ ਜਿਹੜੀ ਕਮਾਈ ਹੈ, ਅਸਲ ਕਮਾਈ ਇਹ ਹੁੰਦੀ ਹੈ ਜਦੋਂ ਕੋਈ ਬੰਦਾ ਖੁਸ਼ੀ 'ਚ ਜਾਂ ਦੁੱਖ 'ਚ ਹਾਜ਼ਰ ਹੁੰਦਾ ਹੈ, ਨਾਲ ਖੜਦਾ ਹੈ, ਮੋਢੇ ਨਾਲ ਮੋਢਾ ਲਾ ਕੇ, ਇਹ ਕਮਾਈ ਹੁੰਦੀ ਹੈ। ਦੂਜੀ ਪੈਸਾ ਜਾਂ ਇਹ ਚੀਜ਼ਾਂ ਸਾਡੇ ਨਾਲ ਨਹੀਂ ਖੜਦੀਆਂ। ਸੋ ਅਸੀਂ ਬਾਈ ਜੀ ਨੇ ਵੀ ਆਉਣਾ ਸੀ, ਪਰ ਉਹਨਾਂ ਦੇ ਰੁਝੇਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਤੁਸੀਂ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਹੈ। ਅਸੀਂ ਆਪਣੇ ਆਪ ਨੂੰ ਬਹੁਤ ਨਿਮਾਣੇ ਸਮਝਦੇ ਹਾਂ, ਪਰ ਤੁਸੀਂ ਨੇ ਬਹੁਤ ਵੱਡਾ ਮਾਣ ਦਿੱਤਾ, ਜਿਹੜਾ ਗੁਰੂ ਨੇ ਜਿਹੜਾ ਬਹੁਤ ਵੱਡੀ ਜ਼ਿੰਮੇਵਾਰੀ ਲਾਈ ਹੈ। ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਕੇ ਤੁਹਾਡੇ ਭਰੋਸੇ ਤੇ ਪੂਰਾ ਉਤਰ ਸਕੀਏ। ਤੇ ਜਿਹੜੀਆਂ ਪਿਛਲੀਆਂ ਜੋ ਹੋਈਆਂ ਨੇ ਹੁਣ ਤੱਕ ਸਾਡੇ ਨਾਲ ਧੱਕੇਸ਼ਾਹੀਆਂ ਜਾਂ ਜਿਹੜਾ ਵੀ ਸਿਸਟਮ ਖਰਾਬ ਹੋਇਆ ਹੈ, ਉਹਨੂੰ ਸੁਧਾਰਨ ਦੀ ਜਿਹੜੀ ਇਹ ਸ਼ੁਰੂਆਤ ਹੋਈ ਹੈ, ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਲੋਕ ਸਾਥ ਬਹੁਤ ਦੇ ਰਹੇ ਨੇ। ਥੋੜੀ ਜਿਹੀ ਕਾਹਲੀ ਜ਼ਰੂਰ ਹੋਈ ਹੈ, ਕਿਉਂਕਿ ਪਹਿਲਾਂ ਇੰਨੇ ਸਾਲਾਂ 'ਚ ਕੁਝ ਹੋਇਆ ਹੀ ਨਹੀਂ ਸੀ। ਕਾਰਨ ਇਹ ਹੈ, ਲੋਕਾਂ ਦਾ ਕਸੂਰ ਨਹੀਂ ਹੈਗਾ, ਪਰ ਹੁਣ ਪਰਮਾਤਮਾ ਨੇ ਤੁਹਾਡਾ ਸਾਥ ਦਿੱਤਾ ਹੈ। ਤਾਂ ਇਹੀ ਉਮੀਦ ਕਰਦੇ ਹਾਂ ਕਿ ਇਹ ਜਿਹੜੀਆਂ, ਜਿਵੇਂ ਪਹਿਲਾਂ ਬਾਈ ਜੀ ਹੋਰਾਂ ਨੇ ਕਿਹਾ, ਛੋਟੀ ਛੋਟੀ ਉਮਰ 'ਚ ਇਹ ਹਾਰਟ ਅਟੈਕ ਹੋ ਰਹੇ ਨੇ, ਕੈਂਸਰ ਸਭ ਤੋਂ ਵੱਡੀ ਜਿਹੜੀ ਹੁਣ ਜਿਹੜੇ ਮਾਤਾ ਜੀ ਆਏ ਸੀ, ਜਿਹੜੇ ਕੋਲ 30 ਸਾਲ ਦੀ ਉਹਨਾਂ ਦੀ ਬੇਟੀ ਹੈ, ਉਹ ਕੈਂਸਰ ਦੀ ਮਰੀਜ਼ ਹੈ। ਇਹਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ। ਸਾਰੀਆਂ ਅਸੀਂ ਦੂਸਰੇ ਤੇ ਦੋਸ਼ ਸਿੱਟ ਕੇ ਨਹੀਂ, ਇਹਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ। ਜਿੰਨਾ ਹੋ ਸਕੇ ਉਹਨਾਂ ਸਾਨੂੰ ਆਪਣੇ ਵੱਲੋਂ ਇਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਧਰਤੀ ਨੂੰ, ਅਸੀਂ ਆਪਣੇ ਪਾਣੀ ਨੂੰ, ਜਿਹੜੀ ਅਸੀਂ ਆਪਣੀ ਹਵਾ ਨੂੰ ਗੰਦਲਾ ਨਾ ਕਰੀਏ, ਕਿਉਂਕਿ ਸਾਡੀਆਂ ਪੀੜ੍ਹੀਆਂ ਲਈ ਅਸੀਂ ਇਹੀ ਵਿਰਾਸਤ ਛੱਡ ਕੇ ਜਾਣੀ ਹੈ। ਪੈਸੇ ਘੱਟ ਵੀ ਛੱਡ ਜਾਵਾਂਗੇ ਤਾਂ ਵੀ ਉਹਨਾਂ ਨੇ ਕਰ ਲੈਣਾ ਗੁਜ਼ਾਰਾ, ਪਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਉਹਨਾਂ ਲਈ। ਜਿਹੜਾ ਜੀ ਆਉਂਦਾ ਹੈ ਉਹ ਆਪਣਾ ਮੁਕੱਦਰ ਲਿਖਾ ਕੇ ਆਉਂਦਾ ਹੈ। ਸੋ ਉਹਨਾਂ ਲਈ ਪੈਸੇ ਇਕੱਠੇ ਕਰਨ ਲਈ, ਜ਼ਮੀਨਾਂ ਜਾਇਦਾਦਾਂ ਇਕੱਠੀਆਂ ਕਰਨ ਲਈ, ਹੋਰ ਜ਼ਿਆਦਾ ਕਮਾਈਆਂ ਕਰਨ ਲਈ, ਜਿਹੜਾ ਅਸੀਂ ਆਪਣੀ ਧਰਤੀ ਨਾਲ, ਹਵਾ ਨਾਲ, ਪਾਣੀ ਨਾਲ ਇੱਕ ਤਰ੍ਹਾਂ ਦਾ ਧੱਕਾ ਕਰ ਰਹੇ ਹਾਂ, ਇਹਨੂੰ ਅਸੀਂ ਇਹੀ ਸਮਝੀਏ ਕਿ ਸਾਡੇ ਬੱਚਿਆਂ ਦੀ ਵਿਰਾਸਤ ਹੈ। ਸਾਡੇ ਬੱਚਿਆਂ ਲਈ ਅਸੀਂ ਨੇ ਇਹੀ ਛੱਡ ਕੇ ਜਾਣੀਆਂ ਨੇ ਤਿੰਨੇ ਚੀਜ਼ਾਂ। ਸੋ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਅੱਜ ਅਸੀਂ ਸਾਰੇ ਨਾਲ ਖੜੇ ਹਾਂ, ਕੁਲਵੰਤ ਬਾਈ ਜੀ ਦੇ ਦੁੱਖ 'ਚ ਸ਼ਰੀਕ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਇਕੱਠਾਂ 'ਚ ਨਾ ਇਕੱਠੇ ਹੋਈਏ ਆਪਾਂ। ਇਹੋ ਜਿਹੀ ਉਮਰ 'ਚ ਜਿਹੜੇ ਜਾਣ ਵਾਲੇ ਦੁੱਖ ਨੇ, ਜਿਹੜੇ ਉਹ ਪਰਮਾਤਮਾ ਕਿਸੇ ਨੂੰ ਨਾ ਦੇਵੇ। ਤੇ ਆਪਣੇ ਵੱਲੋਂ ਜਿਹੜਾ ਅੱਧਾ ਬਣਦਾ ਹੈ, ਚਾਹੇ ਰੁੱਖ ਲਾਉਣ ਦਾ, ਚਾਹੇ ਪਾਣੀ ਬਚਾਉਣ ਦਾ, ਉਹ ਅਸੀਂ ਕਰਦੇ ਰਹੀਏ ਉਪਰਾਲਾ, ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਛੱਡ ਜਾਈਏ। ਉਹਨਾਂ ਦਾ ਜਿਹੜਾ ਹੱਕ ਹੈ ਉਹ ਉਹਨਾਂ ਨੂੰ ਦੇ ਜਾਈਏ। ਸੋ ਸਾਰੇ ਜਿੰਨੇ ਤੁਸੀਂ ਇੱਥੇ ਪਹੁੰਚੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਤੁਸੀਂ ਦੁੱਖ 'ਚ ਸ਼ਰੀਕ ਹੋਏ ਹੋ। ਅਸੀਂ ਕੁਲਵੰਤ ਬਾਈ ਦੇ ਨਾਲ ਖੜੇ ਹਾਂ। ਇਹਨਾਂ ਦੇ ਪਰਿਵਾਰ ਦਾ ਜਿਹੜਾ ਇੰਨਾ ਪਿਆਰ ਜਾਂ ਇੰਨਾ ਜਿਹੜਾ ਹਲੀਮੀ ਸੀਗੀ ਜਿਹਦਾ ਤੁਸੀਂ ਨੇ ਇੰਨਾ ਪਹਿਲਾਂ ਵੀ ਹੁਣ ਵੀ ਨਾਲ ਖੜ ਕੇ ਤੁਸੀਂ ਸਾਥ ਦਿੰਦੇ ਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪਾਲ ਸਿੰਘ ਜੀ ਇੱਕ ਉਹ ਹੀਰਾ ਸਨ ਜਿਨ੍ਹਾਂ ਨੇ ਆਪਣੀ ਥੋੜ੍ਹੀ ਜਿਹੀ ਉਮਰ ਦੇ ਵਿੱਚ ਹੀ ਬਹੁਤ ਵੱਡੀਆਂ ਮੱਲਾਂ ਮਾਰੀਆਂ। ਉਹਨਾਂ ਦਾ ਸਮਾਜ ਸੇਵਾ ਦੇ ਵਿੱਚ ਉਹਨਾਂ ਦਾ ਅਲੱਗ ਰੁਤਬਾ ਸੀ। ਵਾਤਾਵਰਣ ਦੀ ਗੱਲ ਕਰ ਰਹੇ ਸੀ, ਪਾਣੀ ਦੀ ਗੱਲ ਕਰ ਰਹੇ ਸੀ। ਇਹ ਅਵੇਅਰਨੈਸ ਤੋਂ ਪਿੰਡ ਦੇ ਵਿੱਚ ਪਹਿਲਾਂ ਹੀ ਦਿੰਦਾ ਸੀ। ਬਲੱਡ ਡੋਨੇਸ਼ਨ ਦੇ ਵਿੱਚ 1 ਨੰਬਰ ਤੇ ਰਹਿੰਦਾ ਸੀ। ਸੋ ਉਹਦੇ ਕਿਹੜੇ ਆਪਾਂ ਥੋੜੇ ਸਮੇਂ ਦੇ ਵਿੱਚ ਹੀ ਉਹਦੇ ਇੰਨਾ ਜਿਹੜਾ ਪਿਆਰ ਹੈ ਪਾਲਿਆ। ਸੋ ਮੈਂ ਬਾਜੀਗਰ ਭਾਈਚਾਰੇ ਦੇ ਜਿਹੜੇ ਬੁਲਾਰੇ ਪਹੁੰਚੇ ਹੈ, ਸਾਡੇ ਦਰਦ ਦੀ ਘੜੀ ਦੇ ਵਿੱਚ ਸਾਡਾ ਸਹਿਯੋਗ ਦੇ ਲਈ ਪਹੁੰਚੇ ਹੈ। ਮੈਂ ਸ਼੍ਰੀ ਜੱਗਾ ਰਾਮ ਚੇਅਰਮੈਨ ਬਾਜੀਗਰ ਸੈਲ ਪੰਜਾਬ ਤੋਂ, ਸ਼੍ਰੀ ਗੌਰਵ ਬਖਸ਼ੀ ਜੀ ਯੂਥ ਵਿੰਗ ਪ੍ਰਧਾਨ ਨੀਲੋ ਖੇੜੀ ਅਖਿਲ ਭਾਰਤੀ ਬਾਜੀਗਰ ਸੰਗਠਨ ਵੱਲੋਂ ਪਹੁੰਚੇ ਹੈ। ਸ਼੍ਰੀ ਢਿੱਲਾ ਰਾਮ ਜੀ ਜੋ ਕਿ ਚੌਧਰੀ ਦਿਲੂ ਰਾਮ ਜੀ ਦੇ ਬ੍ਰਦਰ ਹੈ, ਉਹ ਪਹੁੰਚੇ ਹੈ। ਸਾਡੇ ਬਾਜੀਗਰ ਭਾਈਚਾਰੇ ਦੇ ਪੂਰੇ ਪੰਚ, ਮੈਂ ਕਿਹਨਾਂ ਦਾ ਨਾਮ ਲਵਾਂ, ਸਾਰੇ ਬੜੇ ਅਜ਼ੀਜ਼ ਹੈ। ਔਰ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਕਿ ਅਸੀਂ ਜਿਹੜਾ ਸਮਾਂ ਨਹੀਂ ਦੇ ਸਕੇ। ਔਰ ਇੰਨਾ ਆਵਾਮ ਹੈ, ਇੰਨੇ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਹੈ। ਹੋ ਸਕਦਾ ਹੈ ਸਾਡੇ ਤੋਂ ਜਿਹੜਾ ਉਹਨਾਂ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਹੋ ਸਕਿਆ, ਉਸ ਲਈ ਮਾਫੀ ਚਾਹੁੰਦੇ ਹਾਂ। ਸਾਡੇ ਧਾਰਮਿਕ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ 96 ਕਰੋੜੀ ਬੁੱਢਾ ਦਿਲ ਨਿਹੰਗ ਸਿੰਘ ਬਾਬਾ ਬਲਵੀਰ ਸਿੰਘ ਵੱਲੋਂ ਸਰਦਾਰ ਵਿਸ਼ਵਜੀਤ ਸਿੰਘ ਜੀ ਪਹੁੰਚੇ ਹੈ। ਸ਼ਹਿਨਸ਼ਾਹ ਰੂਹਾਨੀ ਸਤਸੰਗ ਖਰਕਾਂ ਹਰਿਆਣਾ ਤੋਂ ਸਰਦਾਰ ਦਰਬਾਰਾ ਸਿੰਘ ਜੀ ਪਹੁੰਚੇ ਹੈ। ਕਾਲੀ ਮਾਤਾ ਮੰਦਰ ਕੈਂਥਲ ਪ੍ਰਬੰਧਕ ਕਮੇਟੀ ਤੋਂ ਇੱਥੇ ਉਹਨਾਂ ਦੇ ਨੁਮਾਇੰਦੇ ਪਹੁੰਚੇ ਹੈ। ਰਾਧਾ ਸਵਾਮੀ ਪਾਤਰਾਂ ਦੇ ਪ੍ਰਬੰਧਕ ਕਮੇਟੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰੇ ਪਹੁੰਚੇ ਹੈ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇੱਕ ਸਾਡੀ ਰਸਮ ਹੁੰਦੀ ਹੈ ਪਗੜੀ ਦੀ ਰਸਮ। ਉਹ ਜਿਹੜੀ ਪਗੜੀ ਦੀ ਰਸਮ ਹੈ ਉਹ ਆਪਾਂ ਕਰ ਲਈਏ। ਮੈਂ ਬੇਨਤੀ ਕਰਦਾ ਹਾਂ ਸਾਡੇ ਵਰਤੀਆ ਪਰਿਵਾਰ, ਸ਼੍ਰੀ ਮਾਮਚੰਦ ਜੀ ਦੇ ਪੂਰਾ ਪਰਿਵਾਰ, ਔਰ ਜਿਹੜੀ ਪਗੜੀ ਦੀ ਰਸਮ ਹੈ ਉਹ ਪੂਰੀ ਕਰ ਲਈਏ। ਸੋ ਮਾਮਚੰਦ ਜੀ ਤੇ ਉਹਨਾਂ ਦਾ ਪੂਰਾ ਪਰਿਵਾਰ। ਸਾਡੇ ਇਸ ਦੌਰਾਨ ਸਾਡੇ ਡੀਡੀਪੀਓ ਸਰਦਾਰ ਸੁਖਚੈਨ ਸਿੰਘ ਜੀ ਇਹ ਪਹੁੰਚੇ ਹੈ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ